ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋ ਧਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ। ਗੁਰ ਸੈਨਾਪਤ ਨਰ ਪਠਿਓ ਆਇਓ ਸ੍ਰੀ ਗੁਰ ਪਾਸ। ਦਰਸ਼ਨ ਦੇਖਤ ਜੋਰ ਕਰ ਨਮੋ ਕਰੀ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਤ ਸੰਗਤ ਜੀ, ਆਪ ਵਡਭਾਗੀ ਹੋ, ਵੱਡਿਆਂ ਭਾਗਾਂ ਵਾਲੇ ਹੋ। ਜੋ ਸ਼ਬਦ ਗੁਰੂ ਸ਼ਬਦ ਬ੍ਰਹਮ ਸਾਗਰ, ਚਵਰ ਛਤਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਤਪ ਸਥਾਨ ਗੁਰਦੁਆਰਾ ਬਾਠ ਸਾਹਿਬ ਵਿਖੇ ਪਿਛਲੇ ਪਹਿਰ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਵੇਲੇ ਦੇ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਇਤਿਹਾਸ ਦੀ ਲੜੀਵਾਰ ਕਥਾ ਆਪ ਸਭ ਸੰਗਤਾਂ ਸਰਵਣ ਕਰ ਰਹੇ ਹੋ ਜੀ। ਕੱਲ ਰੋਜ਼ ਤੱਕ ਇਤਿਹਾਸਕ ਸਾਖੀ ਇੱਥੋਂ ਤੱਕ ਸਰਵਣ ਕਰ ਆਏ ਹੋ ਕਿ ਬਾਦਸ਼ਾਹ ਜਹਾਂਗੀਰ ਨੂੰ ਰਾਤ ਸ਼ੇਰਾਂ ਨੇ ਬੜਾ ਡਰਾਇਆ ਹੈ। ਨਜੂਮੀ ਵੀ ਸੱਦੇ, ਜੋਤਸ਼ੀ ਵੀ ਸੱਦੇ, ਪਰ ਕਿਸੇ ਕੋਲੋਂ ਵੀ ਇਸ ਮੁਸ਼ਕਲ ਦਾ ਹੱਲ ਨਾ ਨਿਕਲਿਆ। ਤਾਂ ਭਾਈ ਜੇਠਾ ਜੀ ਇੱਕ ਨਜੂਮੀ ਦਾ ਭੇਸ ਧਾਰਨ ਕਰਕੇ ਫਿਰ ਬਾਦਸ਼ਾਹ ਦੇ ਕੋਲ ਪਹੁੰਚੇ ਤੇ ਉਸ ਨੂੰ ਦੱਸਿਆ ਹੈ ਕਿ ਤੁਸਾਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਸਤਿਕਾਰ ਨਹੀਂ ਕੀਤਾ। ਇਸੇ ਹੀ ਕਰਕੇ ਤੁਹਾਡੇ ਜੀਵਨ ਦੇ ਵਿੱਚ ਔਕੜਾਂ ਮੁਸ਼ਕਲਾਂ ਆਈਆਂ ਹਨ। ਤੁਸੀਂ 40 ਦਿਨ ਲਈ ਆਖਿਆ ਸੀ ਕਿ ਗਵਾਲੀਅਰ ਦੇ ਕਿਲੇ ਦੇ ਵਿੱਚ ਰਹੋ, ਤੇ ਹੁਣ ਗਿਣਤੀ ਕਰਕੇ ਵੇਖੋ ਕਿ ਕਿੰਨੇ ਜ਼ਿਆਦਾ ਦਿਨ ਹੋ ਚੁੱਕੇ ਹਨ। ਸੋ ਉਹਨਾਂ ਦੇ ਪ੍ਰਤੀ ਵਿਚਾਰ ਕਰੋ, ਸ਼ਰਧਾ ਧਾਰਨ ਕਰੋ। ਤੇ ਜਿਹੜੇ ਚੰਦੂ ਤੇ ਉਸਦੇ ਸਾਥੀ ਜੋਤਸ਼ੀ ਆਦਿਕ ਹਨ, ਇਹ ਸਾਰੇ ਦੇ ਸਾਰੇ ਝੂਠ ਬੋਲ ਰਹੇ ਹਨ। ਅਸਲੀਅਤ ਨੂੰ ਪਛਾਣ ਨਾ ਕਰੋ। ਬਾਦਸ਼ਾਹ ਨੇ ਮਨ ਦੇ ਵਿੱਚ ਵਿਚਾਰਿਆ ਕਿ ਵਾਕਿਆ ਹੀ ਇਹੋ ਹੀ ਗੱਲ ਹੈ। ਤੁਰੰਤ ਆਪਣੇ ਕਹਿਲਕਾਰ ਨੂੰ ਗਵਾਲੀਅਰ ਵਾਲੇ ਪਾਸੇ ਭੇਜ ਦਿੱਤਾ ਤੇ ਆਖਿਆ ਕਿ ਜਾਵੋ ਤੇ ਹੁਣੇ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਇੱਥੇ ਲੈ ਕਰ ਆਵੋ। ਉਧਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਭਾਈ ਜੇਠਾ ਜੀ ਪਹੁੰਚੇ। ਬਾਬਾ ਬੁੱਢਾ ਸਾਹਿਬ ਜੀ ਵੀ ਬਿਰਾਜਮਾਨ ਹਨ। ਜਾਣੀ ਜਾਣ ਦਾਤਾਰ ਪਿਤਾ ਨੇ ਭਾਈ ਜੇਠਾ ਜੀ ਨੂੰ ਵਰਜਿਆ ਕਿ ਉਹਨਾਂ ਨੇ ਇਸ ਪ੍ਰਕਾਰ ਕਰਾਮਾਤ ਕਿਉਂ ਵਿਖਾਈ। ਤਾਂ ਭਾਈ ਜੇਠਾ ਜੀ ਨੇ ਆਖ ਦਿੱਤਾ ਕਿ ਸਤਿਗੁਰੂ ਜੀ, ਬਾਬਾ ਬੁੱਢਾ ਸਾਹਿਬ ਜੀ ਨੇ ਇਸ ਪ੍ਰਕਾਰ ਕਰਨ ਵਾਸਤੇ ਉਪਦੇਸ਼ ਦਿੱਤਾ ਸੀ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਿਆ ਗਿਆ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਦਾ ਜ਼ਿਕਰ ਕਰ ਦਿੱਤਾ ਕਿ ਮਾਤਾ ਜੀ ਨੇ ਆਖਿਆ ਸੀ ਕਿ ਕਿਸੇ ਵੀ ਢੰਗ ਦੇ ਨਾਲ ਕੋਈ ਵੀ ਯਤਨ ਕਰੋ, ਕੋਈ ਵੀ ਉਪਾਅ ਕਰੋ,
ਹਰਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਲਿਆਂਦਾ ਜਾਵੇ। ਸੋ ਇਸ ਕਾਰਨ ਕਰਕੇ ਇਹ ਸਾਰੇ ਕਾਰਜ ਕੀਤੇ। ਸਤਿਗੁਰੂ ਜੀ ਫਿਰ ਵੀ ਸਮਝਾਉਂਦੇ ਹਨ ਕਿ ਭਾਈ ਅਜ਼ਰ ਨੂੰ ਜਰਨਾ ਸਿੱਖੋ। ਜੇ ਮਾਲਕ ਨੇ ਕੁਝ ਦਾਤਾਂ ਦਿੱਤੀਆਂ ਹਨ ਤਾਂ ਉਸ ਨੂੰ ਹਿਰਦੇ ਦੇ ਵਿੱਚ ਵਸਾ ਕਰ, ਹਿਰਦੇ ਦੇ ਵਿੱਚ ਰੱਖ ਕਰ ਤੇ ਫਿਰ ਮਾਲਕ ਦੀ ਕਿਰਪਾ ਦੇ ਪਾਤਰ ਬਣੋ। ਇਸ ਪ੍ਰਕਾਰ ਕਰਾਮਾਤਾਂ ਦਾ ਵਿਖਾਵਾ ਕਰਨਾ ਉਚਿਤ ਨਹੀਂ ਹੈ। ਸਤਿਗੁਰੂ ਜੀ ਨੇ ਉਦਾਹਰਨ ਵੀ ਨਾਲ ਬਖਸ਼ਿਸ਼ ਕੀਤੀ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਹਨ। ਬਾਦਸ਼ਾਹ ਦਾ ਭੇਜਿਆ ਹੋਇਆ ਸੈਨਾਪਤੀ ਉੱਥੇ ਪਹੁੰਚ ਰਿਹਾ ਹੈ। ਕਿਸ ਪ੍ਰਕਾਰ ਸਾਰਾ ਵਾਰਤਾਲਾਪ ਹੁੰਦਾ ਹੈ, ਇਸੋ ਤੱਕ ਦਾ ਜਿਹੜਾ ਇਤਿਹਾਸ ਹੈ ਕੱਲ ਰੋਜ਼ ਤੱਕ ਆਪ ਸਭ ਸੰਗਤਾਂ ਸਰਵਣ ਕਰ ਆਏ ਹੋ। ਆਓ ਮਨ ਬਿਰਤੀ ਇਕਾਗਰ ਕਰਕੇ ਧਿਆਨ ਗੁਰੂ ਚਰਨਾਂ ਦੇ ਵਿੱਚ ਜੋੜ ਕਰ ਆਉਣ ਵਾਲੇ ਇਤਿਹਾਸ ਨੂੰ ਸਰਵਣ ਕਰਕੇ ਹਿਰਦਿਆਂ ਵਿੱਚ ਵਸਾ ਕਰ ਆਪਣਾ ਜੀਵਨ ਸਫਲਾ ਕਰੀਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਦੋਹਰਾ ਗੁਰ ਸੈਨਾਪਤ ਨਰ ਪਠਿਓ ਆਇਓ ਸ੍ਰੀ ਗੁਰ ਪਾਸ। ਗੁਰੂ ਸਵਾਰੀ ਸੰਗਤ ਜੀਓ, ਕਵੀ ਜੀ ਲਿਖਦੇ ਹਨ ਕਿ ਗੁਰੂ ਜੀ ਦੇ ਸੈਨਾਪਤੀ ਨੇ ਇੱਕ ਆਦਮੀ ਨੂੰ ਭੇਜਿਆ ਤੇ ਉਹ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਕੋਲ ਆਇਆ ਹੈ। ਦਰਸ਼ਨ ਦੇਖਤ ਜੋਰ ਕਰ ਨਮੋ ਕਰੀ ਅਰਦਾਸ। ਉਸ ਨੇ ਵੇਖ ਕਰ ਗੁਰੂ ਜੀ ਦੇ ਦਰਸ਼ਨ ਕੀਤੇ ਹਨ ਤੇ ਦੋਨੋਂ ਹੱਥ ਜੋੜ ਕੇ ਨਮਸਕਾਰ ਕਰਦੇ ਹਾਂ ਬੇਨਤੀ ਕੀਤੀ ਹੈ। ਚੌਪਈ ਹੈ ਗਨ ਰਾਵਰ ਕੇ ਪੁਰ ਮਾਹੀ। ਇਹ ਸਤਿਗੁਰੂ ਜੀ ਨਗਰ ਦੇ ਵਿੱਚ ਜੋ ਆਪ ਜੀ ਦੇ ਬਹੁਤ ਸਾਰੇ ਘੋੜੇ ਹਨ, ਘਾਸ ਅਲਪ ਕਰ ਆਵਤ ਨਾਹੀ। ਉਹਨਾਂ ਵਾਸਤੇ ਘਾਹ ਘੱਟ ਹੋਣ ਕਰਕੇ ਪੂਰਾ ਨਹੀਂ ਆਉਂਦਾ ਹੈ। ਦਾਨੇ ਕੇ ਆਧਾਰ ਪਰ ਰਹੈ। ਘੋੜੇ ਦਾਣੇ ਨਿਹਾਰੀ ਦੇ ਆਸਰੇ ਰਹਿ ਰਹੇ ਹਨ। ਹਰੇ ਤ੍ਰਿਣਨ ਬਹੁ ਕਿਮੋ ਨ ਲਹੈ। ਹਰੇ ਘਾਹ ਨੂੰ ਕਿਸੇ ਤਰ੍ਹਾਂ ਵੀ ਪ੍ਰਾਪਤ ਨਹੀਂ ਕਰ ਰਹੇ ਹਨ। ਦੇਤ ਦਰੋਗੇ ਮਲਨ ਸੁਥੋਰੇ। ਬਾਦਸ਼ਾਹ ਦਾ ਦਰੋਗਾ ਥੋੜਾ ਤੇ ਮੈਲਾ ਘਾਹ ਦਿੰਦਾ ਹੈ। ਦੁਰਬਲ ਹੋਤ ਆਪ ਕੇ ਘੋਰੇ। ਇਸ ਕਰਕੇ ਆਪ ਜੀ ਦੇ ਘੋੜੇ ਕਮਜ਼ੋਰ ਹੋ ਰਹੇ ਹਨ। ਸੁਨ ਕਹਿ ਸ੍ਰੀ ਹਰਿ ਗੋਬਿੰਦ ਚੰਦ। ਇਹ ਸੁਣ ਕਰ ਚੰਦਰਮਾ ਸਵਰੂਪ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਜੋ ਹਨ। ਬ੍ਰਿਧ ਸਾਹਿਬ ਤੁਮ ਸੁਮਤ ਬਿਲੰਦ। ਫਰਮਾਇਆ ਕਿ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਵੱਡੀ ਸੁਮਤ ਵਾਲੇ ਹੋ। ਡੇਰਾ ਕਰੋ ਸੰਭਾਰਨ ਸਾਰੋ। ਤੁਸੀਂ ਹੀ ਸਾਰੇ ਡੇਰੇ ਦੀ ਸੰਭਾਲ ਕਰੋ। ਜਬ ਲਗ ਮੇਲ ਨ ਬੰਨੈ ਹਮਾਰੋ। ਜਦੋਂ ਤੱਕ ਸਾਡਾ ਤੁਹਾਡੇ ਨਾਲ ਮਿਲਾਪ ਨਹੀਂ ਹੋ ਜਾਂਦਾ ਹੈ। ਸਭ ਕੋ ਦੀਜੈ ਖਾਣਾ ਦਾਨਾ। ਤੁਸੀਂ ਫਿਰ ਸਾਰਿਆਂ ਘੋੜਿਆਂ ਨੂੰ ਦਾਣਾ ਪੱਠਾ ਆਦਿਕ ਦਿੰਦੇ ਰਹੋ। ਲੈ ਕਰ ਖਰਚੋ ਦਰਬ ਮਹਾਨਾ। ਤੁਸੀਂ ਬਹੁਤ ਸਾਰਾ ਧਨ ਲੈ ਕਰ ਉਸ ਦਾ ਖਰਚਾ ਕਰੋ। ਸਕਲ ਤੁਰੰਗ ਚਮੂ ਲਿਹੁ ਸੰਗ। ਸਾਰੀ ਫੌਜ ਤੇ ਘੋੜਿਆਂ ਨੂੰ ਸਾਥ ਲਵੋ। ਹਰੋ ਘਾਸ ਪਿਖ ਥਿਰੋ ਨਿਸੰਗ। ਜਿੱਥੇ ਹਰਾ ਕਾ ਵੇਖੋ ਨਿਸੰਗ ਹੋ ਕਰ ਉਥੇ ਠਹਿਰ ਜਾਵੋ। ਬਾਂਗਰ ਕੀ ਦਿਸ਼ ਤ੍ਰਿਣ ਬਹੁ ਜਹਾਂ। ਬਾਂਗਰ ਦਾ ਜਿਹੜਾ ਇਲਾਕਾ ਹੈ ਉਥੇ ਬਹੁਤ ਘਾਹ ਹੈ। ਜਾਏ ਕਰਹੁ ਅਬ ਡੇਰਾ ਤਹਾਂ। ਉਥੇ ਜਾ ਕਰ ਡੇਰਾ ਕਰੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸੈਨਾਪਤੀ ਸਮੇਤ ਜਿਹੜੀ ਸਾਰੀ ਫੌਜ ਸੀ ਉਹ ਗਵਾਲੀਅਰ ਦੇ ਵਿੱਚ ਜਗ੍ਹਾ ਆਗਰੇ ਦੇ ਵਿੱਚ ਹੀ ਰਹਿਣ ਦਿੱਤੀ ਸੀ। ਕਿਉਂਕਿ ਜਦੋਂ ਬਾਦਸ਼ਾਹ ਨੇ ਆਗਰੇ ਤੋਂ ਹੀ ਆਖ ਦਿੱਤਾ ਸੀ ਕਿ ਮੇਰੇ ਵਾਸਤੇ ਤੁਸੀਂ 40 ਦਿਨ ਉੱਥੇ ਬੈਠ ਕੇ ਭਜਨ ਕਰੋ, ਤਾਂ ਸਿਰਫ 5 ਸਿੱਖਾਂ ਨੂੰ ਨਾਲ ਲੈ ਕਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਪਹੁੰਚੇ ਸਨ। ਬਾਕੀ ਸਾਰੀ ਫੌਜ ਘੋੜੇ ਆਦਿਕ ਪਿਛਾਂਹ ਹੀ ਰਹਿ ਗਏ ਸਨ। ਹੁਣ ਜਿਹੜੇ ਬਾਦਸ਼ਾਹ ਹੁੰਦੇ ਹਨ ਸਮੇਂ ਦੇ, ਭਾਵੇਂ ਅਜੋਕੇ ਹੋਵਨ ਤੇ ਭਾਵੇਂ ਮੁਗਲ ਕਾਲ ਦੇ ਹੋਵਨ, ਇਹ ਆਪਣੇ ਕੀਤੇ ਹੋਏ ਬਚਨਾਂ ਤੋਂ ਬੜੀ ਛੇਤੀ ਬਦਲ ਜਾਂਦੇ ਜਦੋਂ ਪ੍ਰਸਥਿਤੀਆਂ ਬਦਲ ਜਾਂਦੀਆਂ ਹਨ। ਜਦੋਂ ਪ੍ਰਸਥਿਤੀ ਬਦਲੀ, ਹਾਲਾਤ ਬਦਲਦੇ ਤੇ ਨਾਲ ਇਹਨਾਂ ਦੀ ਜਿਹੜੀ ਜ਼ੁਬਾਨ ਜਾਂ ਕੀਤਾ ਹੋਇਆ ਵਾਅਦਾ ਕੀਤਾ ਹੋਇਆ ਬਚਨ ਹੈ ਉਹ ਵੀ ਬਦਲ ਜਾਂਦਾ ਹੈ। ਜਿਵੇਂ 47 ਤੋਂ ਪਹਿਲਾਂ ਨਿਰੰਤਰ ਜਵਾਹਰ ਲਾਲ ਨਹਿਰੂ ਆਖਦਾ ਸੀ ਕਿ ਜਦੋਂ ਆਜ਼ਾਦੀ ਪ੍ਰਾਪਤ ਹੋ ਜਾਵੇਗੀ
ਸਿੱਖਾਂ ਨੂੰ ਵੱਖਰੇ ਅਧਿਕਾਰ ਪ੍ਰਾਪਤ ਹੋਵਣਗੇ, ਵਧੇਰੇ ਅਧਿਕਾਰ ਪ੍ਰਾਪਤ ਹੋਵਣਗੇ, ਵੱਖਰੀ ਸਟੇਟ ਪ੍ਰਾਪਤ ਹੋਵੇਗੀ, ਵੱਧ ਅਧਿਕਾਰਾਂ ਵਾਲਾ ਸੂਬਾ ਪ੍ਰਾਪਤ ਹੋਵੇਗਾ, ਵੱਖਰਾ ਖਾਲਸਾ ਰਾਜ ਹੋਵੇਗਾ। ਲਾਰੇ ਤੇ ਲੱਗੇ ਰਹਿ ਗਏ ਮਾਸਟਰ ਤਾਰਾ ਸਿੰਘ ਤੇ ਬਲਵੰਤ ਸਿੰਘ ਵਰਗੇ, ਪਰ ਜਦੋਂ ਹੀ ਆਜ਼ਾਦੀ ਆ ਗਈ, ਜਿਨ੍ਹਾਂ ਨੂੰ ਪ੍ਰਾਪਤ ਹੋਈ ਉਹਨਾਂ ਦੀ ਆਜ਼ਾਦੀ ਸਾਨੂੰ ਨਹੀਂ ਪ੍ਰਾਪਤ ਹੋਈ ਜੀ। ਆਜ਼ਾਦੀ ਆ ਗਈ ਹਿੰਦੁਸਤਾਨ ਦੀ, ਭਾਰਤ ਵਰਸ਼ ਦੀ, ਤਾਂ ਨਹਿਰੂ ਉਸੇ ਵੇਲੇ ਹੀ ਬਦਲ ਗਿਆ ਸੀ। ਆਖਿਆ ਸੀ ਮਾਸਟਰ ਤਾਰਾ ਸਿੰਘ ਜੀ, ਉਦੋਂ ਹਾਲਾਤ ਹੋਰ ਸਨ ਤੇ ਹੁਣ ਵਾਲੇ ਹਾਲਾਤ ਹੋਰ ਹਨ। ਕਹਿਣ ਤੋਂ ਭਾਵ ਕਿ ਇਹ ਸਮੇਂ ਦੇ ਵਿੱਚ ਬੜੀ ਛੇਤੀ ਆਪਣੀ ਜ਼ਬਾਨੋਂ ਬਦਲ ਜਾਂਦੇ ਹਨ। ਜਦੋਂ ਇਹਨਾਂ ਦੀ ਪਰਿਸਥਿਤੀ ਅਲੱਗ ਹੁੰਦੀ ਤੇ ਅਲੱਗ ਰੂਪ ਦੇ ਵਿੱਚ ਪੇਸ਼ ਆਉਂਦੇ, ਪਰ ਜਿਸ ਵੇਲੇ ਪਰਿਸਥਿਤੀਆਂ ਇਹਨਾਂ ਦੇ ਅਨੁਕੂਲ ਹੋ ਜਾਂਦੀਆਂ ਹਨ ਤੇ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਇਹ ਫਿਰ ਜਾਂਦੇ ਹਨ, ਬਦਲ ਜਾਂਦੇ ਹਨ। ਕਦੇ ਵੀ ਇਹਨਾਂ ਰਾਜਿਆਂ ਦੇ ਸਮੇਂ ਦੇ ਬਾਦਸ਼ਾਹ ਦੀ ਗੱਲ ਦੇ ਉੱਪਰ ਯਕੀਨ ਨਹੀਂ ਹੁੰਦਾ, ਕਿਉਂਕਿ ਇਹਨਾਂ ਨੇ ਬਦਲਣਾ ਹੀ ਹੁੰਦਾ। ਬਾਦਸ਼ਾਹ ਨੇ ਕਹਿ ਦਿੱਤਾ ਸੀ ਸਾਰੀ ਫੌਜ ਦਾ ਅਸੀਂ ਖਿਆਲ ਰੱਖਾਂਗੇ, ਪਰ ਜਦੋਂ ਹੁਣ ਗੁਰੂ ਜੀ ਗਵਾਲੀਅਰ ਚਲੇ ਗਏ ਤੇ ਪਿੱਛੇ ਜਿਹੜੇ ਬਾਦਸ਼ਾਹ ਦੇ ਅਹਿਲਕਾਰ ਹਨ ਉਹ ਸੁਚੱਜੇ ਢੰਗ ਦੇ ਨਾਲ ਫਿਰ ਗੁਰੂ ਜੀ ਦੀ ਸੈਨਾ ਦੇ ਜਿਹੜੇ ਘੋੜੇ ਹਨ ਉਹਨਾਂ ਵਾਸਤੇ ਦਾਣੇ ਪੱਠੇ ਦਾ ਪ੍ਰਬੰਧ ਨਹੀਂ ਕਰਦੇ। ਸਤਿਗੁਰੂ ਜੀ ਦੇ ਕੋਲ ਸੰਦੇਸ਼ ਪਹੁੰਚਿਆ ਗਵਾਲੀਅਰ, ਤਾਂ ਸਤਿਗੁਰੂ ਜੀ ਨੇ ਸਪਸ਼ਟ ਕਰ ਦਿੱਤਾ ਕਿ ਤੁਸੀਂ ਆਜ਼ਾਦ ਜਿਸ ਮਰਜ਼ੀ ਇਲਾਕੇ ਦੇ ਵਿੱਚ ਜਾ ਕਰ ਬੈਠੋ। ਬਾਂਗਰ ਦਾ ਇਲਾਕਾ ਬੜਾ ਸੁਚੱਜਾ ਹੈ, ਉੱਥੇ ਜਾਓ, ਉੱਥੇ ਸੋਹਣਾ ਘਾਹ ਪ੍ਰਾਪਤ ਹੋਵੇਗਾ, ਹਰਿਆਵਲ ਵਾਲਾ ਇਲਾਕਾ। ਸੋ ਸਤਿਗੁਰੂ ਜੀ ਆਪਣੇ ਸੇਵਕਾਂ ਨੂੰ ਆਖਦੇ ਹਨ, ਹਮ ਜਬ ਕਰੈ ਹਕਾਰਨ ਆਵੋ, ਜਦੋਂ ਅਸੀਂ ਤੁਹਾਨੂੰ ਬੁਲਾਵਾਂਗੇ ਤਦ ਤੁਸਾਂ ਨੇ ਆ ਜਾਣਾ ਹੈ। ਤਾਵਤ ਤ੍ਰਿਣਨ ਤੁਰੰਗ ਚਰਾਵੋ, ਤਦ ਤੱਕ ਤੁਸੀਂ ਘੋੜਿਆਂ ਨੂੰ ਬਾਂਗਰ ਦੇ ਇਲਾਕੇ ਦੇ ਵਿੱਚ ਹੀ ਘਾਹ ਚਰਾਵੋ। ਬ੍ਰਿਧ ਸਾਹਿਬ ਗੁਰ ਕੇ ਬਚ ਮਾਨੇ, ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਜੀ ਦੇ ਬਚਨਾਂ ਨੂੰ ਮੰਨਿਆ ਹੈ। ਭਇਓ ਤਿਆਰ ਅਬ ਬੰਧਨ ਠਾਨੇ, ਅਤੇ ਨਮਸਕਾਰ ਕਰਕੇ ਨਾਲ ਜਾਣ ਲਈ ਤਿਆਰ ਹੋ ਜਾਂਦੇ ਹਨ। ਚੱਲ ਕਰ ਆਨ ਪਹੁੰਚਿਓ ਡੇਰੇ, ਬਾਬਾ ਬੁੱਢਾ ਸਾਹਿਬ ਜੀ ਚੱਲ ਕੇ ਆ ਕੇ ਡੇਰੇ ਦੇ ਵਿੱਚ ਪਹੁੰਚ ਜਾਂਦੇ ਹਨ। ਨਿਸ ਬਸ ਕੈ ਦੁਰਬਲ ਅਸਵਹੇਰੇ, ਤੇ ਨਾਲ ਹੀ ਡੇਰੇ ਦੇ ਵਿੱਚ ਰਾਤ ਠਹਿਰ ਕੇ ਕਮਜ਼ੋਰ ਹੋਏ ਘੋੜਿਆਂ ਨੂੰ ਵੇਖਿਆ ਹੈ। ਹੋਤ ਪ੍ਰਾਤ ਚੜ੍ਹ ਲੈ ਦਲ ਸਾਰਾ, ਸਵੇਰ ਹੋਣ ਤੇ ਸਾਰਾ ਦਲ ਲੈ ਕਰ ਬਾਬਾ ਬੁੱਢਾ ਸਾਹਿਬ ਜੀ ਚੱਲ ਪੈਂਦੇ ਹਨ। ਦੀਰਘ ਪੰਥ ਉਲੰਘ ਨਿਹਾਰਾ, ਅਤੇ ਉਹਨਾਂ ਨੇ ਉੱਥੇ ਵੱਡਾ ਪੈਂਡਾ ਤਹ ਕੀਤਾ ਜਾਣਿਆ ਹੈ। ਚੱਲੇ ਆਗਰੇ ਤੇ ਸਭ ਆਏ, ਉਹ ਸਾਰੇ ਆਗਰੇ ਤੋਂ ਚੱਲ ਕਰ ਆ ਜਾਂਦੇ ਹਨ। ਦਿੱਲੀ ਨਗਰ ਪਿੱਖਿਓ ਸਮੁਦਾਏ, ਸਾਰਿਆਂ ਨੇ ਪਹੁੰਚ ਕੇ ਦਿੱਲੀ ਸ਼ਹਿਰ ਆ ਵੇਖਿਆ ਹੈ। ਸੁਨਿਓ ਘਾਸ ਜਹ ਖਰੋ ਉਧਾਰੋ, ਜਿੱਥੇ ਸੁਣਿਆ ਸੀ ਕਿ ਬਹੁਤ ਜ਼ਿਆਦਾ ਘਾਹ ਹੈ। ਪੰਚ ਕੋਸ ਪੁਰ ਤਿਆਗ ਪਧਾਰੇ, ਨਗਰ ਨੂੰ ਛੱਡ ਕੇ ਬਾਹਰ ਵਾਰ 5 ਕੋਹ ਤੇ ਜਾ ਕਰ ਉਹ ਫਿਰ ਬੈਠ ਜਾਂਦੇ ਹਨ। ਹਰਤ ਤ੍ਰਿਣਨ ਦੇਖਤ ਹਰ ਖਾਏ, ਉਹ ਹਰਾ ਘਾਹ ਵੇਖ ਕਰ ਬੜੇ ਹੀ ਖੁਸ਼ ਹੁੰਦੇ ਹਨ। ਕਰਿਓ ਸਿਵਰ ਉਤਰੇ ਸਮੁਦਾਏ, ਸਾਰੀ ਫੌਜ ਨੇ ਉੱਥੇ ਉਤਾਰਾ ਕਰਕੇ ਡੇਰਾ ਕਰ ਲਿਆ ਹੈ। ਲਈ ਸਭਨ ਕੀ ਸੁਧ ਬ੍ਰਿਧ ਤਬੈ, ਤਦ ਬਾਬਾ ਬੁੱਢਾ ਸਾਹਿਬ ਜੀ ਨੇ ਸਾਰਿਆਂ ਦੀ ਖਬਰ ਸਰ ਲਈ ਹੈ। ਜੋ ਚਹੀਅਤ ਸੋ ਲੈ ਭੱਟ ਸਬੈ, ਸਿਪਾਹੀਆਂ ਨੂੰ ਜਿਹੜੇ ਵੀ ਪਦਾਰਥ ਚਾਹੀਦੇ ਸੀ ਬਾਬਾ ਬੁੱਢਾ ਸੀ ਤੋਂ ਉਹਨਾਂ ਨੇ ਪ੍ਰਾਪਤ ਕੀਤੇ ਹਨ। ਦਿੱਲੀ ਮੈਂ ਮਿਲ ਸ਼ਾਹੋ ਕੇ ਸਾਥ, ਦਿੱਲੀ ਦੇ ਵਿੱਚ ਬਾਦਸ਼ਾਹ ਦੇ ਨਾਲ ਮਿਲਣ ਵਾਸਤੇ ਜਬ ਲੋ ਚੜੇ ਨ ਸਤਿਗੁਰ ਨਾਥ, ਤਦ ਮਾਲਕ व ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨਾਲ ਨਹੀਂ ਚੱਲੇ ਹਨ। ਤਬ ਲੋ ਤਹਾਂ ਟਿਕਾਵੋ ਡੇਰਾ, ਉਦੋਂ ਤੱਕ ਉੱਥੇ ਹੀ ਡੇਰਾ ਰੱਖਣਾ ਹੈ। ਸਹਿਤ ਤੁਰੰਗਨ ਹਰਖ ਕਨੇਰਾ, ਫੌਜ ਨੇ ਘੋੜਿਆਂ ਸਮੇਤ ਬੜੇ ਹੀ ਖੁਸ਼ੀ ਸਹਿਤ ਬਾਬਾ ਬੁੱਢਾ ਸਾਹਿਬ ਜੀ ਨੇ ਉਹਨਾਂ ਨੂੰ ਉੱਥੇ ਟਿਕਾ ਕਰ ਰੱਖਿਆ ਹੈ। ਅਬ ਲੋ ਤਿਸ ਥਲ ਚਿੰਨ ਲਿਖੰਤੇ, ਹੁਣ ਤਾਂ ਕਵੀ ਜੀ ਆਖਦੇ ਕਿ ਉੱਥੇ ਟਿਕਾਣੇ ਦੇ ਜਿਹੜੇ ਚਿੰਨ੍ਹ ਹਨ, ਨਿਸ਼ਾਨੀਆਂ ਹਨ,
ਉਹ ਦਿਖਾਈ ਦਿੰਦੀਆਂ ਹਨ। ਜਾਗਾ ਬ੍ਰਿਧ ਕੀ ਲੋਕ ਕਹੰਤੇ, ਲੋਕ ਉਸ ਸਥਾਨ ਨੂੰ ਬਾਬੇ ਬੁੱਢੇ ਦੀ ਜਗ੍ਹਾ ਆਖਦੇ ਹਨ। ਕਬ ਸਿੱਖ ਬੈਠੈ ਸੇਵ ਕਰੰਤਾ, ਕਿਸੇ ਸਮੇਂ ਕੋਈ ਸਿੱਖ ਇੱਥੇ ਬੈਠ ਕੇ ਸੇਵਾ ਕਰਦਾ ਸੀ। ਤੁਰਕ ਰਾਜ ਕਰ ਨਹੀਂ ਰਹੰਤਾ, ਪਰ ਬਾਅਦ ਵਿੱਚ ਮੁਗਲ ਰਾਜ ਕਰਕੇ ਉਥੇ ਕੋਈ ਨਹੀਂ ਰਹਿੰਦਾ ਸੀ। ਪਠਿਓ ਸ਼ਾਹ ਉਮਰਾਵ ਜੋ ਤੂਰਨ, ਉਧਰ ਬਾਦਸ਼ਾਹ ਨੇ ਇੱਕ ਵਜ਼ੀਰ ਨੂੰ ਗੁਰੂ ਜੀ ਦੇ ਕੋਲ ਭੇਜਿਆ ਹੈ। ਪਹੁੰਚਿਓ ਜਾਏ ਪਿਖੇ ਗੁਰ ਪੂਰਨ, ਤੇ ਜਾ ਕਰ ਤੁਰੰਤ ਉਸ ਨੇ ਪੂਰਨ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਹਨ। ਕਰੀ ਬੰਦਗੀ ਜੁਗ ਕਰ ਜੋਰੇ, ਉਸ ਨੇ ਦੋਨੋਂ ਹੱਥ ਜੋੜ ਕਰ ਸਤਿਗੁਰੂ ਜੀ ਦੇ ਸਨਮੁਖ ਨਮਸਕਾਰ ਕੀਤੀ ਹੈ। ਬੈਠ ਕਹਿਓ ਪਦ ਸ਼ਾਹੋ ਨਿਹੋਰੇ, ਤੇ ਕਹਿਣ ਲੱਗਾ ਕਿ ਬਾਦਸ਼ਾਹ ਜੀ ਨੇ ਆਪ ਜੀ ਦੇ ਚਰਨਾਂ ਤੇ ਇੱਕ ਬੇਨਤੀ ਭੇਜੀ ਹੈ। ਘਨੀ ਬੰਦਗੀ ਤੁਮ ਸੋ ਹਰੀ ਰਰੀ, ਉਸ ਨੇ ਇਹ ਵੀ ਆਖਣਾ ਕੀਤਾ ਕਿ ਬਾਦਸ਼ਾਹ ਨੇ ਤੁਹਾਨੂੰ ਬਹੁਤ ਨਿਮਰਤਾ ਸਹਿਤ ਨਮਸਕਾਰ ਉਚਾਰਨ ਕੀਤੀ ਹੈ। ਰੱਛਿਆ ਮੋਰ ਆਪਨੇ ਇਹ ਕਰੀ, ਵੀ ਆਖਿਆ ਕਿ ਆਪ ਜੀ ਨੇ ਮੇਰੀ ਰੱਖਿਆ ਕੀਤੀ ਸੀ। ਅਬ ਆਵੋ ਦਰਸ਼ਨ ਦੇਹੁ ਸੁੰਦਰ, ਹੁਣ ਆਪ ਜੀ ਆ ਜਾਵੋ ਤੇ ਆਪਣੇ ਸੁੰਦਰ ਦਰਸ਼ਨ ਦੇਵੋ। ਪੂਰਨ ਗੁਰੂ ਗੁਨਨ ਕੇ ਮੰਦਰ, ਪੂਰਨ ਗੁਰੂ ਜੀ ਆਪ ਗੁਣਾਂ ਦੇ ਘਰ ਹੋ। ਗੁਰੂ ਕਹਿਓ ਇਸ ਥਾਨ ਸੁਖਾਰੇ, ਤਦ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਰਮਾਇਆ ਕਿ ਅਸੀਂ ਤਾਂ ਇਸ ਥਾਂ ਤੇ ਬੜੇ ਹੀ ਸੁਖੀ ਹਾਂ। ਏਕਲ ਸਿਮਰੈ ਸਿਰਜਣਹਾਰੇ, ਅਤੇ ਏਕਾਂਤ ਦੇ ਵਿੱਚ ਸਿਰਜਣਹਾਰ ਪਰਮਾਤਮਾ ਨੂੰ ਸਿਮਰਦੇ ਹਾਂ। ਹਮ ਜਬ ਕੇ ਇਸ ਦੁਰਗ ਪ੍ਰਵੇਸ਼ੇ, ਅਸੀਂ ਜਦੋਂ ਦਾ ਇਸ ਕਿਲੇ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਨਿਰਪ ਕੈਦੀ ਸੁਖ ਪਾਏ ਵਿਸ਼ੇਸ਼ੇ, ਤਾਂ ਇੱਥੇ ਜਿਹੜੇ ਕੈਦੀ ਰਾਜੇ ਹਨ ਉਹਨਾਂ ਨੇ ਬਹੁਤ ਹੀ ਸੁਖ ਪ੍ਰਾਪਤ ਕੀਤੇ ਹਨ। ਆਪ ਸੁਖੀ ਪਰ ਕੋ ਸੁਖ ਹੋਏ, ਜਿੱਥੇ ਆਪ ਸੁਖੀ ਹੋਵੇ ਤੇ ਦੂਜੇ ਵੀ ਸੁਖੀ ਹੋਵਨ। ਅਸ ਸ਼ੁਭ ਥਾਨ ਨ ਤਿਆਗੈ ਕੋਏ, ਅਜਿਹਾ ਜਿਹੜਾ ਚੰਗਾ ਥਾਂ ਹੋਵੇ ਨਾ ਉਹ ਕਦੇ ਵੀ ਤਿਆਗਣਾ ਨਹੀਂ ਚਾਹੀਦਾ ਹੈ। ਸੁਨ ਉਮਰਾਵ ਗਇਓ ਚੜ ਕਰਕੇ, ਵਜ਼ੀਰ ਇਹ ਸੁਣ ਕਰ ਗੁਰੂ ਜੀ ਦਾ ਉੱਤਰ ਸੁਣ ਕਰ ਵਾਪਸ ਚਲਿਆ ਜਾਂਦਾ ਹੈ। ਗਮਨਿਓ ਪੰਥ ਸ਼ੀਘਰਤਾ ਧਰ ਕੇ, ਉਸਨੇ ਬੜੀ ਹੀ ਜਲਦੀ ਦੇ ਨਾਲ ਆਪਣੇ ਰਸਤੇ ਨੂੰ ਚੱਲਣਾ ਕੀਤਾ ਹੈ। ਜਾਏ ਸ਼ਾਹੂ ਕੇ ਸਾਥ ਸੁਨਾਈ, ਬਾਦਸ਼ਾਹ ਨੂੰ ਜਾ ਕਰ ਸਾਰੀ ਜਿਹੜੀ ਗੱਲ ਹੈ ਉਹ ਸੁਣਾ ਦਿੱਤੀ ਹੈ। ਕਹਾਂ ਹੈ ਇਹਾਂ ਹਮ ਰਹਿ ਹਰਖਾਈ, ਆਖਿਆ ਕਿ ਗੁਰੂ ਜੀ ਕਹਿੰਦੇ ਹਨ ਕਿ ਅਸੀਂ ਇਸ ਸਥਾਨ ਤੇ ਬੜੇ ਹੀ ਸੁਖੀ ਹਾਂ। ਕੈਦੀ ਸਗਰੇ ਸੁਖ ਕੋ ਪਾਵੈ, ਸਾਰੇ ਕੈਦੀ ਸੁਖ ਪ੍ਰਾਪਤ ਕਰਦੇ ਹਨ। ਕਿਮਹਿ ਥਾਨ ਤਿਆਗ ਹਮ ਜਾਵੈ, ਅਸੀਂ ਇਹ ਸਥਾਨ ਛੱਡ ਕੇ ਕਿਵੇਂ ਜਾ ਸਕਦੇ ਹਾਂ। ਸੁਨ ਬਿਸਮਿਓ ਚਿਤ ਮੈਂ ਬਹੁ ਸ਼ਾਹੂ, ਇਹ ਸੁਣ ਕਰ ਬਾਦਸ਼ਾਹ ਮਨ ਦੇ ਵਿੱਚ ਬੜਾ ਹੈਰਾਨ ਹੋਇਆ ਹੈ। ਕਿਸ ਕਾਰਨ ਤੇ ਆਏ ਨ ਪਾਹੂ, ਸੋਚਣ ਲੱਗਾ ਕਿ ਉਹ ਕਿਹੜਾ ਕਾਰਨ ਹੈ ਜਿਸ ਕਾਰਨ ਕਰਕੇ ਗੁਰੂ ਜੀ ਨਹੀਂ ਆਏ ਹਨ। ਕਰੀ ਹਕਾਰਨ ਇੱਛਾ ਜਬ ਤੇ, ਜਦੋਂ ਅਸੀਂ ਗੁਰੂ ਜੀ ਨੂੰ ਬੁਲਾਉਣ ਦੀ ਇੱਛਾ ਕੀਤੀ ਸੀ ਨਿਸਮੈ ਤਰਾਸ ਨ ਉਪਜਿਓ ਤਬ ਤੇ, ਤਦ ਉਸ ਰਾਤ ਤੋਂ ਮੈਨੂੰ ਬਿਲਕੁਲ ਹੀ ਡਰ ਨਹੀਂ ਆਇਆ ਹੈ। ਕਿ ਕਹਿ ਗੁਰ ਮੇਰੋ ਕੂਰ ਵਿਚਾਰਾ, ਜਾਂ ਫਿਰ ਗੁਰੂ ਜੀ ਨੇ ਮੇਰੀ ਗੱਲ ਨੂੰ ਝੂਠਾ ਤਾਂ ਨਹੀਂ ਵਿਚਾਰਿਆ ਹੈ। ਜਾਂਤੇ ਨਹਿ ਆਵਨ ਮਤ ਧਾਰਾ, ਨਾਲ ਹੀ ਆਖਦਾ ਸੋਚਦਾ ਕਿ ਸ਼ਾਇਦ ਇਸ ਕਰਕੇ ਉਹਨਾਂ ਨੇ ਆਉਣ ਦੀ ਇੱਛਾ ਨਹੀਂ ਰੱਖੀ ਹੈ। ਅਪਰ ਸਰਬ ਕਿਆ ਨਹਿ ਇਤ ਆਏ, ਹੋਰ ਕਾਰਨ ਕੀ ਹੋ ਸਕਦਾ ਜੋ ਇੱਥੇ ਨਹੀਂ ਆਏ ਹਨ। ਜਿਨੋ ਪ੍ਰਾਨ ਮਮ ਨਿਸਾ ਬਚਾਏ, ਜਿਨ੍ਹਾਂ ਨੇ ਰਾਤ ਸਮੇਂ ਮੇਰੀ ਜਾਨ ਬਚਾਈ ਸੀ। ਚਿਤਵਤ ਰਹਿਓ ਕਿਤਕ ਚਿਰ ਕਾਲਾ, ਬਾਦਸ਼ਾਹ ਜਹਾਂਗੀਰ ਕਿੰਨਾ ਚਿਰ ਸੋਚਦਾ ਰਹਿੰਦਾ ਹੈ। ਸ਼ੇਰ ਤਰਾਸ ਤੇ ਤਰਸਤ ਬਿਸਾਲਾ,
ਉਹ ਸ਼ੇਰ ਦੇ ਡਰ ਕਾਰਨ ਬਹੁਤ ਡਰਿਆ ਹੋਇਆ ਸੀ। ਜੇਕਰ ਗੁਰੂ ਪ੍ਰਸੀਦ ਨ ਹੋਏ, ਜੇਕਰ ਗੁਰੂ ਜੀ ਮੇਰੇ ਤੇ ਪ੍ਰਸੰਨ ਨਾ ਹੋਏ, ਕਬੂ ਨਿਸਾ ਮਹਿ ਘਾਵੈ ਸੋਏ। ਤਾਂ ਉਹ ਸ਼ੇਰ ਰਾਤ ਵਿੱਚ ਕਿਸੇ ਰੋਜ਼ ਮੈਨੂੰ ਜ਼ਰੂਰ ਮਾਰ ਦੇਵਣਗੇ। ਕਰਤ ਵਿਚਾਰ ਹਿਰਦੇ ਫੁਰ ਆਈ, ਵਿਚਾਰ ਕਰਦਿਆਂ ਬਾਦਸ਼ਾਹ ਦੇ ਮਨ ਦੇ ਵਿੱਚ ਫਿਰ ਫੁਰਨਾ ਆਇਆ ਹੈ। ਖਾਂ ਵਜ਼ੀਰ ਤਿਨ ਸਿੱਖ ਸਦਾਈ। ਜਿਹੜਾ ਵਜ਼ੀਰ ਖਾਨ ਅਹਲਕਾਰ ਹੈ ਨਾ, ਉਹ ਸ੍ਰੀ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਤੋਂ ਸਮੇਂ ਤੋਂ ਇਹਨਾਂ ਦਾ ਸੇਵਕ ਹੋਇਆ ਹੈ। ਜੋ ਤਿਨ ਕੇ ਸੁਭਾਵ ਕੋ ਜਾਣਹਿ, ਉਹ ਗੁਰੂ ਜੀ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਹਮ ਢਿਗ ਕੀਰਤ ਗੁਰਨ ਬਖਾਨਹਿ। ਉਹ ਮੇਰੇ ਕੋਲ ਗੁਰੂ ਜੀ ਦੀ ਵਡਿਆਈ ਕਥਨ ਕਰਦਾ ਰਹਿੰਦਾ ਹੈ। ਲਿਆਏ ਸੁਧਾਸਰ ਤੇ ਸੋ ਮਿਲਾਏ। ਦੂਜੇ ਲੋਕ ਤਾਂ ਨਿਤ ਹੀ ਗੁਰੂ ਜੀ ਬਾਰੇ ਚੁਗਲੀਆਂ ਕਰਦੇ, ਆਖਦਾ ਕਿ ਵਜ਼ੀਰ ਖਾਨ ਨੇ ਹੀ ਗੁਰੂ ਜੀ ਨੂੰ ਅੰਮ੍ਰਿਤਸਰ ਤੋਂ ਲਿਆ ਕੇ ਮੈਨੂੰ ਮਿਲਾਇਆ ਸੀ। ਅਪਰ ਲੋਗ ਨਿਤ ਚੁਗਲੀ ਲਾਏ। ਹੋਰ ਸਾਰੇ ਲੋਕ ਤਾਂ ਨਿਤ ਹੀ ਚੁਗਲੀਆਂ ਹੀ ਕਰਦੇ ਰਹਿੰਦੇ ਹਨ। ਇਮ ਵਿਚਾਰ ਨਿਜ ਨਿਕਟ ਹਕਾਰਾ। ਇਸ ਪ੍ਰਕਾਰ ਵਿਚਾਰ ਕੇ ਬਾਦਸ਼ਾਹ ਨੇ ਵਜ਼ੀਰ ਖਾਨ ਨੂੰ ਆਪਣੇ ਕੋਲ ਬੁਲਾਇਆ ਹੈ। ਹੋਏ ਇਕਲ ਤੇ ਸਾਥ ਉਚਾਰਾ। ਉਸ ਦੇ ਨਾਲ ਇਕੱਲਿਆਂ ਹੋ ਕਰ ਫਿਰ ਸਲਾਹ ਕੀਤੀ ਤੇ ਉਸ ਨੂੰ ਕਹਿਣ ਲੱਗਾ ਹੈ। ਨਿਸ ਸ਼ੇਰਨ ਪ੍ਰਸੰਗ ਸੁਨਾਏ। ਜਿਹੜੀ ਰਾਤ ਨੂੰ ਸੁਪਨੇ ਵਾਲੀ ਗੱਲ ਸੀ, ਸ਼ੇਰਾਂ ਨੇ ਆਕਰ ਡਰਾਇਆ ਸੀ ਨਾ, ਉਹ ਸਾਰੇ ਦਾ ਸਾਰਾ ਪ੍ਰਸੰਗ ਵਜ਼ੀਰ ਖਾਨ ਨੂੰ ਸੁਣਾ ਦਿੱਤਾ ਹੈ। ਕਰੇ ਹਕਾਰਨ ਗੁਰ ਨਹਿ ਆਏ। ਨਾਲ ਇਹ ਵੀ ਆਖਿਆ ਕਿ ਮੈਂ ਗੁਰੂ ਜੀ ਨੂੰ ਬੁਲਾਇਆ ਸੀ, ਪਰ ਗੁਰੂ ਜੀ ਨਹੀਂ ਆਏ ਹਨ। ਤੂੰ ਅਬ ਜਾਹੋ ਮਿਲਾਵੋ ਆਨ। ਹੁਣ ਤੂੰ ਜਾ ਤੇ ਜਾ ਕਰ ਪਹਿਲਾਂ ਦੀ ਤਰ੍ਹਾਂ ਗੁਰੂ ਜੀ ਦੇ ਨਾਲ ਮਿਲਾਪ ਕਰਵਾ ਦੇਵੋ। ਕਹਿ ਸਭ ਬਾਕਨ ਪ੍ਰਥਮ ਸਮਾਨ। ਪਹਿਲਾਂ ਦੀ ਤਰ੍ਹਾਂ ਜਾ ਕਰ ਗੁਰੂ ਜੀ ਨੂੰ ਇੱਥੇ ਲਿਆਵੋ, ਤੇ ਜਿਵੇਂ ਪਹਿਲਾਂ ਕਿਹਾ ਸੀ ਨਾ, ਉਵੇਂ ਬਚਨ ਕਰਦਿਆਂ ਹੋਇਆਂ ਗੁਰੂ ਜੀ ਦੇ ਨਾਲ ਮਿਲਾ ਦੇਵੋ। ਖਾਂ ਵਜ਼ੀਰ ਕਰ ਜੋਰ ਸੁਨਾਈ। ਤਦ ਵਜ਼ੀਰ ਖਾਨ ਨੇ ਹੱਥ ਜੋੜ ਕੇ ਆਖਿਆ ਹੈ। ਗੁਰ ਦੋਖੀ ਸਭ ਬਿਆਦ ਉਠਾਈ। ਤੇ ਗੁਰੂ ਜੀ ਦੇ ਜਿਤਨੇ ਵੀ ਇਹ ਵਿਰੋਧੀ ਹਨ, ਚੰਦੂ ਹੋਣੀ ਆਦਿਕ, ਇਹਨਾਂ ਨੇ ਸਾਰਿਆਂ ਨੇ ਝਗੜੇ ਖੜੇ ਕੀਤੇ ਹਨ। ਦੀਰਘ ਪੀਰਨ ਕੇ ਗੁਰ ਪੀਰ। ਗੁਰੂ ਜੀ ਤਾਂ ਵੱਡੇ ਪੀਰਾਂ ਦੇ ਵੀ ਪੀਰ ਹਨ। ਅਜਰ ਜਰਨ ਧਰ ਧੀਰ ਅਪੀਰ। ਅਸਹਿ ਨੂੰ ਸਹਿਣ ਵਾਲੇ ਹਨ। ਤ੍ਰਿਨ ਸਮ ਤਨ ਸਨੇਹ ਨਹਿ ਧਰੈ। ਉਹਨਾਂ ਨੇ ਗੁਰੂ ਜੀ ਨੇ ਆਪਣੇ ਸਰੀਰ ਨਾਲ ਤਿਨਕੇ ਸਮਾਨ ਵੀ ਮੋਹ ਨਹੀਂ ਰੱਖਿਆ ਹੈ। ਸਹਿ ਅਵਗਿਆ ਦੁਸ਼ਟ ਜੇ ਕਰੈ। ਜਿਹੜੇ ਦੁਸ਼ਟ ਗੁਰੂ ਜੀ ਦੇ ਨਾਲ ਦੁਸ਼ਮਣੀ ਕਰਦੇ ਹਨ, ਉਹਨਾਂ ਨੂੰ ਆਪਣਾ ਅਨਾਦਰ ਸਹਿਣਾ ਪੈਂਦਾ ਹੈ। ਨਾਹਿ ਤਾਂ ਤਿਨ ਕੇ ਬਾਕਨ ਸੰਗ। ਨਹੀਂ ਤਾਂ ਉਹਨਾਂ ਦੇ ਬਚਨਾ ਹੋ ਜਨ ਨਾਲ ਹੈ। ਫਿਰੈ ਕੌਣ ਖਿਨ ਮੈਂ ਹੋਏ ਭੰਗ। ਕਿਹੜਾ ਟਿਕ ਸਕਦਾ ਕਿ ਗੁਰੂ ਜੀ ਦੇ ਬਚਨ ਹੋ ਗਏ ਹੋਵਨ, ਖਿਨ ਦੇ ਵਿੱਚ ਹੀ ਨਾਸ਼ ਹੋ ਜਾਂਦਾ ਹੈ। ਬ੍ਰਿੰਦ ਸਹਾਇਕ ਕਹਿ ਤੁਮ ਪਾਸ। ਆਪ ਜੀ ਦੇ ਸਮੂਹ ਸਹਾਇਕ ਆਪ ਜੀ ਦੇ ਕੋਲ ਹਨ। ਗੁਰ ਸੰਗ ਬਿਗਰਨ ਕਰਹਿ ਪ੍ਰਕਾਸ਼। ਗੁਰੂ ਜੀ ਦੇ ਨਾਲ ਵਿਗਾੜ ਪੈਦਾ ਕਰਨ ਬਾਰੇ ਹੀ ਨਿਰੰਤਰ ਉਹ ਗੱਲਾਂ ਪ੍ਰਗਟ ਕਰਦੇ ਹਨ। ਜੇ ਰਾਵਰ ਨਿਰਣੈ ਕਬ ਕਰੇ। ਜੇ ਕਦੇ ਆਪ ਜੀ ਚੰਗੀ ਤਰ੍ਹਾਂ ਫੈਸਲਾ ਕਰੋ, ਦੋਸ਼ ਅਦੋਸ਼ੀ ਤਬ ਉਰ ਧਰੋ। ਤਾਂ ਤਦ ਹੀ ਹਿਰਦੇ ਦੇ ਵਿੱਚ ਦੋਸ਼ੀ ਦੇ ਦੋਸ਼ ਰਹਿਤ ਮਨੁੱਖ ਬਾਰੇ ਨਿਰਣਾ ਧਾਰਨ ਕਰ ਸਕਦੇ ਹੋ। ਵੱਡੇ ਪਾਤਸ਼ਾਹਨ ਪਰ ਆਦ। ਪਹਿਲਾਂ ਹੋਏ ਵੱਡੇ ਜਿਹੜੇ ਮੁਗਲ ਬਾਦਸ਼ਾਹ ਆਦਿਕ ਹਨ। ਅਰ ਤੁਮ ਪਰ ਗੁਰ ਕਰਹਿ ਪ੍ਰਸਾਦ। ਤੁਹਾਡੇ ਉੱਪਰ ਉਹਨਾਂ ਦੇ ਉੱਪਰ ਵੀ ਗੁਰੂ ਜੀ ਕਿਰਪਾ ਕਰਦੇ ਰਹੇ ਹਨ। ਪ੍ਰਥਮ ਭਏ ਬਾਬਰ ਚਵਗਤਾ। ਪਹਿਲਾਂ ਚਵਗਤੇ ਖਾਨਦਾਨ ਦਾ ਜੋ ਬਾਬਰ ਬਾਦਸ਼ਾਹ ਹੋਇਆ ਸੀ, ਸ਼੍ਰੀ ਨਾਨਕ ਤਿਨ ਕੋ ਵਰ ਦਿੱਤਾ। ਗੁਰੂ ਨਾਨਕ ਸਾਹਿਬ ਜੀ ਨੇ ਉਸ ਨੂੰ ਵਰ ਦਿੱਤਾ ਸੀ। ਅਜਮਤ ਪਿਖ ਕਰ ਭੰਗ ਚੜਾਈ। ਉਸ ਨੇ ਗੁਰੂ ਜੀ ਦੀ ਵਡਿਆਈ ਜਾਣ ਕਰ
ਪਦਾਰਥ ਭੇਟਾ ਕੀਤੇ ਸਨ। ਪੁਸ਼ਤਨ ਕੀ ਪਤ ਸ਼ਾਹਤ ਤੇ ਪਾਈ, ਕਈ ਪੀੜ੍ਹੀਆਂ ਦੀ ਜਿਹੜੀ ਪਾਤਸ਼ਾਹੀ ਸੀ, ਬਾਦਸ਼ਾਹੀ ਸੀ, ਉਹ ਪ੍ਰਾਪਤ ਕੀਤੀ ਸੀ। ਬਹੁਰ ਹਮਾਉ ਸ਼ਾਹ ਪ੍ਰਬੀਨ, ਫਿਰ ਨਿਪੁੰਨ ਬਾਦਸ਼ਾਹ ਹਮਾਯੂ ਹੋਇਆ ਸੀ। ਸ਼ੀਨ ਸਲੇਮ ਸ਼ਾਹ ਸ਼ਿਤਲੀਨ, ਉਸ ਤੋਂ ਸ਼ੇਰ ਸ਼ਾਹ ਸ਼ੂਰੀ ਜੋ ਸੁਲੇਮਾਨ ਸ਼ਾਹ ਨਹੀਂ ਸੀ, ਉਸ ਨੇ ਧਰਤੀ ਪਾ ਬਾਦਸ਼ਾਹਤ ਖੋ ਲਈ ਸੀ। ਚਲਿਓ ਵਿਲਾਇਤ ਮਗ ਤਿਸ ਗਇਓ, ਹਮਾਯੂ ਮੁਲਕ ਵਿੱਚੋਂ ਨਿਕਲ ਕੇ ਵਾਪਸ ਚੱਲ ਪਈਆ ਸੀ। ਸ੍ਰੀ ਗੁਰ ਅੰਗਦ ਜਿਸ ਥਲ ਭਇਓ, ਰਸਤੇ ਤੇ ਚੱਲ ਪਿਆ ਤੇ ਜਿਸ ਥਾਂ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਬਿਰਾਜਮਾਨ ਸਨ। ਸ੍ਰੀ ਨਾਨਕ ਗਾਦੀ ਪਰ ਉਹ ਥਿਰੇ, ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਉੱਪਰ ਬੈਠੇ ਹੋਏ ਸਨ। ਗ੍ਰਾਮ ਖੰਡੂਰ ਬਾਸ ਕੋ ਅਤੇ ਕਰੇ, ਨਗਰ ਖਡੂਰ ਦੇ ਵਿੱਚ ਨਿਵਾਸ ਕਰਦੇ ਸਨ। ਬਰ ਹਿਤ ਗਇਓ ਰਹਿਓ ਢਿੱਗ ਖਰਿਓ, ਹਿਮਾਂਜੂ ਗੁਰੂ ਜੀ ਦੇ ਕੋਲੋਂ ਵਰ ਲੈਣ ਲਈ ਉਹਨਾਂ ਦੇ ਕੋਲ ਖਲੋਤਾ ਰਹਿਆ ਸੀ। ਕਿਤਕ ਕਾਲ ਬੀਤਿਓ ਥੱਕ ਪਰਿਓ, ਉਹ ਕਿੰਨਾ ਚਿਰ ਖੜਾ ਰਿਹਾ ਅਤੇ ਥੱਕ ਗਿਆ ਸੀ। ਗੁਰੂ ਬਾਰਕਨ ਸੰਗ ਰਚ ਰਹੇ, ਗੁਰੂ ਪਾਤਸ਼ਾਹ ਮਹਾਰਾਜ ਜੀ ਬੱਚਿਆਂ ਦੇ ਵਿੱਚ ਰੁੱਝੇ ਰਹੇ, ਬੱਚਿਆਂ ਨੂੰ ਉਹ ਪੜ੍ਹਾ ਰਹੇ ਸਨ। ਪਾਤਸ਼ਾਹ ਸੰਗ ਨਹਿ ਕਿਛ ਤਾਂ ਕਹੇ, ਗੁਰੂ ਜੀ ਨੇ ਬਾਦਸ਼ਾਹ ਦੇ ਨਾਲ ਕੋਈ ਗੱਲ ਨਾ ਕੀਤੀ। ਔਰ ਸ਼ਰਧਾ ਪਰਖਨ ਕੇ ਹੇਤ, ਬਾਦਸ਼ਾਹ ਦੇ ਮਨ ਦੀ ਸ਼ਰਧਾ ਨੂੰ ਪਰਖਣ ਵਾਸਤੇ ਨਹਿ ਬੋਲੇ ਗੁਰ ਕਿਰਪਾ ਨਿਕੇਤ, ਕਿਰਪਾ ਦੇ ਘਰ ਗੁਰੂ ਜੀ ਕੁਝ ਵੀ ਨਹੀਂ ਬੋਲੇ ਸਨ। ਸ਼ਾਹ ਦੇ ਰਿਸ ਕੋ ਉਪਜਾਈ, ਬਾਦਸ਼ਾਹ ਦੇ ਮਨ ਦੇ ਵਿੱਚ ਗੁੱਸਾ ਪੈਦਾ ਹੋ ਗਿਆ। ਮਮ ਦਿਸ਼ ਨਹੀਂ ਦ੍ਰਿਸ਼ਟ ਕੋ ਲਾਈ, ਸੋਚਦਾ ਕਿ ਮੇਰੇ ਵੱਲ ਇਹਨਾਂ ਨੇ ਕੋਈ ਵੀ ਧਿਆਨ ਨਹੀਂ ਦਿੱਤਾ ਹੈ। ਨਿਕਟ ਬਿਠਾਵਨ ਕਹਿ ਸਨਮਾਨੈ, ਸਤਿਕਾਰ ਨਾਲ ਨੇੜੇ ਬੈਠਣ ਲਈ ਕਹਿਣਾ ਤਾਂ ਦੂਰ ਰਹੇ ਆ। ਸੋ ਤੋ ਰਹਿਓ ਕਹਾਂ ਇਹ ਠਾਨੈ, ਉਹ ਤਾਂ ਦੂਰ ਦੀ ਗੱਲ ਰਹਿ ਗਈ ਕਿ ਸਤਿਕਾਰ ਦੇਣਾ, ਨੇੜੇ ਬਿਠਾਲਣਾ, ਇਹਨਾਂ ਨੇ ਤਾਂ ਮਨ ਦੇ ਵਿੱਚ ਕੀ ਜਾਣਿਆ ਹੈ। ਕਰਿਓ ਹੰਕਾਰ ਨ ਜਾਣੈ ਸ਼ਾਹੂ, ਬਾਦਸ਼ਾਹ ਜਾਣਦਾ ਨਹੀਂ, ਉਸ ਨੇ ਹੰਕਾਰ ਕੀਤਾ ਹੈ। ਧਰਿਓ ਦਸਤ ਅਸ ਕਬਜੇ ਮਾਹੂ, ਉਸ ਨੇ ਆਪਣੀ ਤਲਵਾਰ ਦੀ ਮੁੱਠ ਤੇ ਹੱਥ ਰੱਖ ਲਿਆ। ਖੈਂਚ ਪ੍ਰਹਾਰੋ ਦੋ ਧਰ ਕਰੋ, ਤੇ ਸੋਚਣ ਲੱਗਾ ਹਮਾਯੂ ਕਿ ਮੈਂ ਕਿਰਪਾਨ ਖਿੱਚ ਕੇ ਮਾਰ ਦਿੰਦਾ ਤੇ ਦੋ ਟੋਟੇ ਕਰ ਦਿੰਦਾ ਹਾਂ। ਥਿਰੋ ਨ ਪੁੰਨ ਮਾਰਗ ਚੱਲ ਪਰੋ, ਅਤੇ ਫਿਰ ਆਪਣੇ ਰਸਤੇ ਤੇ ਚੱਲ ਪਵਾਂਗਾ, ਇੱਥੇ ਨਹੀਂ ਠਹਿਰਾਂਗਾ। ਖੜਗ ਮੁਸ਼ਟ ਸੋ ਕਰ ਲੱਗ ਰਹਿਓ, ਤਾਂ ਬਾਦਸ਼ਾਹ ਦਾ ਹੱਥ ਤਲਵਾਰ ਦੀ ਮੁੱਠ ਨਾਲ ਲੱਗਿਆ, ਜੁੜਿਆ ਹੋਇਆ ਸੀ। ਛੁੱਟੈ ਨ ਨਿਕਸੈ ਬਲ ਕਰ ਲਹਿਓ, ਉਸ ਨੇ ਬਹੁਤ ਜ਼ੋਰ ਲਾਇਆ, ਪਰ ਉਸ ਦਾ ਤਲਵਾਰ ਦੀ ਮੁੱਠੀ ਤੋਂ ਹੱਥ ਨਾ ਲੱਥ ਰਿਹਾ ਸੀ ਤੇ ਨਾ ਹੀ ਉਥੋਂ ਨਿਕਲ ਰਿਹਾ ਸੀ। ਬਹੁਰ ਬਿਨੈ ਕਰ ਚਹਿ ਬਖਸ਼ਾਵਨ, ਫਿਰ ਬਾਦਸ਼ਾਹ ਹਮਾਯੂ ਨੇ ਬੇਨਤੀ ਕਰਦਿਆਂ ਹੋਇਆਂ ਆਪਣੇ ਆਪ ਨੂੰ ਬਖਸ਼ਾਉਣਾ ਚਾਹਿਆ ਹੈ। ਬੋਲੇ ਸ੍ਰੀ ਅੰਗਦ ਜਸ ਪਾਵਨ, ਤਾਂ ਪਾਵਨ ਵਡਿਆਈ ਵਾਲੀ ਗੁਰੂ ਅੰਗਦ ਸਾਹਿਬ ਜੀ ਬਚਨ ਉਚਾਰਨ ਕਰਦੇ ਹਨ। ਖੜਗ ਮੁਸ਼ਟ ਪਰ ਧਰ ਕਰ ਹਾਥ, ਇਹ ਬਾਦਸ਼ਾਹ ਤੂੰ ਗੁੱਸੇ ਦੇ ਵਿੱਚ ਤਲਵਾਰ ਦੀ ਮੁੱਠੇ ਤੇ ਹੱਥ ਰੱਖਿਆ ਹੈ। ਹਤਨ ਚਹਿਤ ਹਮ ਕੋ ਰਿਸ ਸਾਥ, ਤੇ ਬੜੇ ਹੀ ਗੁੱਸੇ ਦੇ ਨਾਲ ਸਾਨੂੰ ਮਾਰਨਾ ਚਾਹੁੰਦਾ ਹੈ। ਨਹੀਂ ਸਲੇਮ ਸ਼ਾਹ ਪਰ ਕੋਪਾ, ਤੈਨੂੰ ਸ਼ੇਰ ਸ਼ਾਹ ਸੂਰੀ ਦੇ ਉੱਪਰ ਤਾਂ ਕੋਈ ਗੁੱਸਾ ਨਾ ਆਇਆ। ਦਿਓ ਨਿਕਾਸ ਮਹਾਰਣ ਰੂਪਾ, ਜਿਸ ਨੇ ਜੰਗ ਦੇ ਵੱਡੇ ਮੈਦਾਨ ਦੇ ਵਿੱਚ ਤੈਨੂੰ ਰੋਕ ਕੇ ਤੈਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ। ਖੜਗ ਮੁਸ਼ਟ ਜੇ ਧਰਤ ਨ ਕਰ ਕੋ, ਜੇਕਰ ਤੂੰ ਆਪਣੀ ਤਲਵਾਰ ਦੇ ਮੁੱਠੇ ਤੇ ਮੈਦਾਨੇ ਜੰਗ ਦੇ ਵਿੱਚ ਹੱਥ ਰੱਖਦਾ ਹੈ, ਅਬ ਹੀ ਲੇਤ ਰਾਜ ਵੱਡ ਧਰ ਕੋ, ਤਾਂ ਤੂੰ ਹੁਣੇ ਹੀ ਵੱਡੀ ਧਰਤੀ ਦਾ ਰਾਜ ਪ੍ਰਾਪਤ ਕਰ ਲੈਂਦਾ ਹੈ। ਤਉ ਆਸ ਧਰ ਚੱਲ ਢਿੱਗ ਆਵਾ, ਫਿਰ ਵੀ ਤੂੰ ਆਸ ਰੱਖ ਕੇ ਸਾਡੇ ਕੋਲ ਚੱਲ ਕੇ ਆਇਆ ਹੈ। ਗਮਨ
ਅਬੈ ਵਲਾਇਤ ਥਾਵਾ। ਹੁਣੇ ਹੀ ਆਪਣੇ ਮੁਲਕ ਸਥਾਨ ਤੇ ਚਲਿਆ ਜਾਹਾ। ਲਸ਼ਕਰ ਵੱਡ ਸਕੇਲ ਚਲ ਆਵੋ। ਤੇ ਵੱਡੀ ਫੌਜ ਇਕੱਠੀ ਕਰਕੇ ਫਿਰ ਚੱਲ ਆਉਣਾ ਹਾਂ। ਆਪਨੋ ਰਾਜ ਨਿਸੰਸੈ ਪਾਵੋ। ਫਿਰ ਤੂੰ ਬਿਨਾਂ ਸ਼ੱਕ ਆਪਣਾ ਰਾਜ ਪ੍ਰਾਪਤ ਕਰ ਲਵੇਂਗਾ। ਇਸ ਮੈਂ ਕਾਰਨ ਹੈ ਵੱਡ ਐਸੇ। ਇਸ ਦੇ ਵਿੱਚ ਸਬੱਬ ਦੇ ਨਾਲ ਅਜਿਹੀ ਵੱਡੀ ਗੱਲ ਹੈ। ਸ਼੍ਰੀ ਨਾਨਕ ਬਰ ਨਿਫਲ ਨ ਕੈਸੇ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨਿਸਫਲੇ ਨਹੀਂ ਹੋ ਸਕਦੇ ਹਨ। ਸ਼੍ਰੀ ਅੰਗਦ ਕੇ ਸੁਨ ਕਰ ਬੈਨ। ਗੁਰੂ ਅੰਗਦ ਸਾਹਿਬ ਜੀ ਦੇ ਬਚਨ ਸੁਣ ਕਰ ਬੰਧਨ ਕੀਨਸ ਲੱਜਤ ਨੈਣ। ਸ਼ਰਮਸ਼ਾਰ ਹੁੰਦੀਆਂ ਅੱਖਾਂ ਸਹਿਤ ਗੁਰੂ ਜੀ ਨੂੰ ਹਮਾਯੂ ਨੇ ਨਮਸਕਾਰ ਕੀਤੀ ਹੈ। ਖੜਗ ਮੁਸ਼ਟ ਤੇ ਛੁੱਟ ਗਾ ਹਾਥ। ਤਦ ਬਾਦਸ਼ਾਹ ਦਾ ਤਲਵਾਰ ਦੀ ਮੁੱਠ ਤੋਂ ਹੱਥ ਛੁੱਟ ਜਾਂਦਾ ਹੈ। ਚੜ ਗਮਨਿਓ ਤੂਰਨ ਤਾ ਸਾਥ। ਤੇ ਛੇਤੀ ਦੇ ਨਾਲ ਸਵਾਰ ਹੋ ਕਰ ਉਹ ਅੱਗੇ ਚਲਿਆ ਜਾਂਦਾ ਹੈ। ਜਾਏ ਵਲਾਇਤ ਲਸ਼ਕਰ ਲਿਆਇਓ। ਉਸ ਨੇ ਆਪਣੇ ਦੇਸ਼ ਈਰਾਨ ਜਾ ਕੇ ਉਥੋਂ ਫੌਜਾਂ ਲਿਆਂਦੀਆਂ ਹਨ। ਬਹੁਰ ਰਾਜ ਦਿੱਲੀ ਕੋ ਪਾਇਓ। ਤੇ ਫਿਰ ਉਸ ਨੇ ਦੁਬਾਰਾ ਦਿੱਲੀ ਦਾ ਜਿਹੜਾ ਤਖਤ ਸੀ, ਰਾਜ ਸੀ, ਉਸ ਨੂੰ ਪ੍ਰਾਪਤ ਕਰ ਲਿਆ ਸੀ। ਤਿੰਨ ਕੇ ਸੁੱਤ ਅਕਬਰ ਪਾਤਸ਼ਾਹੂ। ਉਸ ਦੇ ਪੁੱਤਰ ਅਕਬਰ ਬਾਦਸ਼ਾਹ ਹੋਏ ਹਨ। ਸ਼੍ਰੀ ਗੁਰ ਅਮਰਦਾਸ ਕੇ ਪਾਹੂ। ਉਹਨਾਂ ਨੇ ਗੁਰੂ ਅਮਰਦਾਸ ਜੀ ਦੇ ਪਾਸੋਂ ਲੇਕਰ ਬਰ ਚਤੌਰ ਕੋ ਤੋਰਾ। ਵਰ ਲੈ ਕਰ ਚਤੌੜ ਦੇ ਕਿਲੇ ਨੂੰ ਤੋੜਿਆ ਸੀ। ਗਮਨ ਕੀਨ ਪਰ ਲਾਪੁਰ ਓਰਾ। ਤੇ ਫਿਰ ਜਦ ਲਾਹੌਰ ਵੱਲ ਕੂਚ ਕੀਤਾ ਸੀ। ਗੋਇੰਦਵਾਲ ਮਿਲਿਓ ਤਬ ਜਾਏ। ਤਾਂ ਅਕਬਰ ਬਾਦਸ਼ਾਹ ਗੋਇੰਦਵਾਲ ਦੇ ਵਿੱਚ ਗੁਰੂ ਜੀ ਨੂੰ ਜਾ ਕਰ ਮਿਲਿਆ ਸੀ। ਗ੍ਰਾਮ ਪਰਗਨਾ ਭੇਟ ਚੜਾਏ। ਇੱਕ ਪਰਗਣੇ ਦੇ ਪਿੰਡ ਭੇਟਾ ਵਜੋਂ ਅਰਪਣ ਕੀਤੇ ਸਨ। ਬਿਨਤੀ ਕਹਿ ਪ੍ਰਸੰਨ ਬਹੁ ਕਰੇ। ਬਾਦਸ਼ਾਹ ਅਕਬਰ ਨੇ ਬਹੁਤ ਪ੍ਰੇਮ ਦੇ ਨਾਲ ਮਨ ਦੀ ਵੀ ਸ਼ਰਧਾ ਧਾਰ ਕਰ ਬਚਨ ਕੀਤੇ ਸਨ। ਅਦਕ ਪ੍ਰੀਤ ਔਰ ਸ਼ਰਧਾ ਧਰੇ। ਬੜੀ ਹੀ ਹਿਰਦੇ ਦੀ ਵੀ ਸ਼ਰਧਾ ਧਾਰਨ ਕੀਤੀ ਤੇ ਗੁਰੂ ਜੀ ਨੂੰ ਨਮਸਕਾਰਾਂ ਕਰਦਾ ਹੈ। ਤਿਨ ਕੇ ਪੁੱਤਰ ਆਪ ਅਬ ਅਹੋ। ਉਹਨਾਂ ਦੇ ਪੁੱਤਰ ਭਾਵ ਅਕਬਰ ਦੇ ਪੁੱਤਰ ਤੁਸੀਂ ਹੋ। ਪਿਤਾ ਪਿਤਾਮਾ ਕੇ ਸਮ ਰਹੋ। ਤੁਸੀਂ ਵੀ ਪਿਤਾ ਅਤੇ ਦਾਦੇ ਦੇ ਵਾਂਗ ਰਵੋ। ਕਰੋ ਪ੍ਰਸੰਨ ਲਿਹੋ ਬਰ ਆਛੇ। ਆਪ ਗੁਰੂ ਹਰਗੋਬਿੰਦ ਜੀ ਨੂੰ ਖੁਸ਼ ਕਰੋ ਤੇ ਉਹਨਾਂ ਦੇ ਕੋਲੋਂ ਚੰਗੇ ਵਰ ਪ੍ਰਾਪਤ ਕਰੋ। ਪੂਰੇ ਗੁਰੂ ਮਨੋਰਥ ਬਾਂਛੇ। ਗੁਰੂ ਜੀ ਤੁਹਾਡੇ ਮਨ ਇਛਤ ਮਨੋਰਥ ਪੂਰੇ ਕਰਨਗੇ। ਜਹਾਂਗੀਰ ਸੁਨ ਬਹੁਤ ਪ੍ਰਸੰਨ। ਬਾਦਸ਼ਾਹ ਜਹਾਂਗੀਰ ਵਜ਼ੀਰ ਖਾਨ ਦੀਆਂ ਗੱਲਾਂ ਸੁਣ ਕਰ ਬਹੁਤ ਪ੍ਰਸੰਨ ਹੋਇਆ ਹੈ। ਇੱਥੇ ਚਲਦੇ ਚਲਦੇ ਬੇਨਤੀ ਕਰਦੇ ਚੱਲੀਏ ਜੀ। ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਨੂੰ ਇਹ ਨਹੀਂ ਸੀ ਵਰ ਦਿੱਤਾ ਕਿ ਤੂੰ ਆਕਰ ਮੁਗਲ ਬਾਦਸ਼ਾਹ ਬਣ ਕੇ ਹਿੰਦੁਸਤਾਨ ਨੂੰ ਗੁਲਾਮ ਬਣਾ, ਇੱਥੋਂ ਦੇ ਲੋਕਾਂ ਨੂੰ ਗੁਲਾਮ ਕਰ। ਸਗੋਂ ਸਤਿਗੁਰੂ ਜੀ ਨੇ ਬਚਨ ਕੀਤੇ ਸਨ ਕਿ ਭਾਈ ਰਾਜ ਉਸੇ ਨੂੰ ਪ੍ਰਾਪਤ ਹੁੰਦਾ ਜਿਸ ਕੋਲ ਜ਼ੋਰ ਹੋਵੇ ਤੇ ਉਤਨਾ ਚਿਰ ਰਹਿੰਦਾ ਹੈ ਰਾਜ ਜਿਤਨਾ ਚਿਰ ਇਨਸਾਫ ਚੱਲਦਾ ਰਹੇ। ਜਦੋਂ ਬੇਇਨਸਾਫੀ ਰਾਜਾਂ ਦੇ ਵਿੱਚ ਆ ਜਾਂਦੀ, ਬਾਦਸ਼ਾਹ ਦੇ ਕੋਲ ਇਨਸਾਫ ਨਹੀਂ ਪ੍ਰਾਪਤ ਹੁੰਦਾ ਤੇ ਜਿਹੜਾ ਉਹ ਰਾਜ ਹੈ ਫਿਰ ਆਪਣੇ ਆਪ ਖਤਮ ਹੋ ਜਾਂਦਾ ਹੈ। ਹਮਾਯੂ ਨੂੰ ਵੀ ਵਰ ਨਹੀਂ ਸੀ ਦਿੱਤਾ ਕਿ ਜਾ ਤੂੰ ਆ ਕੇ ਫਿਰ ਹਿੰਦੁਸਤਾਨ ਨੂੰ, ਭਾਰਤ ਵਰਸ਼ ਨੂੰ ਗੁਲਾਮ ਬਣਾਉਣਾ ਕਰ। ਸਗੋਂ ਉਸ ਨੇ ਜਿਹੜਾ ਤਲਵਾਰ ਦੀ ਮੁੱਠ ਤੇ ਹੱਥ ਰੱਖਿਆ, ਸਤਿਗੁਰੂ ਜੀ ਨੇ ਆਖ ਦਿੱਤਾ ਸੀ ਕਿ ਜੇਕਰ ਇੰਨੀ ਬਹਾਦਰੀ ਨਾ ਤੇ ਫਿਰ ਜਾ ਕੇ ਉੱਥੇ ਜਿਹੜਾ ਮੈਦਾਨੇ ਜੰਗ ਦੇ ਵਿੱਚ ਤੂੰ ਹਾਰ ਖਾ ਕੇ ਆਇਆ, ਉੱਥੇ ਤਲਵਾਰ ਚਲਾਉਂਦਾ, ਉਥੋਂ ਤਾਂ ਤੂੰ ਹਾਰ ਕੇ ਆ ਗਿਆ ਤੇ ਇੱਕ ਸਾਧ ਦੇ ਉੱਪਰ, ਇੱਕ ਸਧਾਰਨ ਮਨੁੱਖ ਦੇ ਉੱਪਰ ਤਲਵਾਰ ਚੁੱਕਦਾ ਹੈ। ਜੇਕਰ ਇੰਨੀ ਹੀ ਅੰਦਰ ਤਾਕਤ ਤੇ ਫਿਰ ਸਾਹਮਣੇ ਵਾਲੇ ਦੇ ਨਾਲ ਲੜਨਾ ਕਰ। ਸੱਚ ਦੱਸਣਾ ਕੀਤਾ ਸੀ, ਅਜੋਕਾ ਨਹੀਂ ਸੀ ਸਮਾਂ ਜਿਵੇਂ ਅੱਜ ਹੈ। ਉਦੋਂ ਬੇਸ਼ੱਕ ਅਕਬਰ ਆਇਆ ਜਾਂ ਪਹਿਲਾਂ ਹਮਾਯੂ ਆਇਆ ਸੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਕੋਲ ਸਧਾਰਨ ਰੂਪ ਦੇ ਵਿੱਚ ਉਹਨਾਂ ਨੂੰ ਆਉਣ ਵਾਸਤੇ ਕਿਹਾ ਸੀ। ਕੋਈ ਵੱਖਰਾ ਪ੍ਰਬੰਧ ਨਹੀਂ ਸੀ ਕੀਤਾ ਗਿਆ, ਕੋਈ ਉਚੇਚ ਨਹੀਂ ਸੀ ਕੀਤੀ ਗਈ ਤੇ ਉਹ ਬਾਦਸ਼ਾਹ ਵੀ ਅਸੀਂ ਕਹਿ ਸਕਦੇ ਕਿ ਚੰਗੇ ਸਨ।
ਧਾਰਮਿਕ ਸਥਾਨਾਂ ਤੇ ਵੀ ਉਹ ਸਧਾਰਨ ਮਨੁੱਖ ਦੀ ਨਿਆਈ ਆਉਂਦੇ। ਅੱਜ ਵਾਂਗੂ ਨਹੀਂ ਕਿ ਪਹਿਲਾਂ ਪੁਲਿਸ ਲਾ ਦਿੱਤੀ ਜਾਵੇ, ਵੱਖਰੀ ਤਿਆਰੀ ਕੀਤੀ ਜਾਵੇ, ਉਹਨਾਂ ਦਾ ਵੱਖਰਾ ਪ੍ਰਸ਼ਾਦਾ ਪਾਣੀ ਲੰਗਰ ਦੇ ਨਾਲੋਂ ਵੀ ਵੱਖਰਾ ਹੋ ਜਾਵੇ ਤੇ ਉਹਨਾਂ ਨੂੰ ਪੂਰੀ VIP ਟ੍ਰੀਟਮੈਂਟ ਦਿੱਤੀ ਜਾਂਦੀ ਹੋਵੇ। ਐਸਾ ਨਹੀਂ ਸੀ। ਸਤਿਗੁਰੂ ਜੀ ਨੇ ਸਮਝਾਇਆ। ਇਤਿਹਾਸ ਆਪ ਜੀ ਨੇ ਸੁਣਿਆ ਕਿ ਹਮਾਯੂ ਆਇਆ ਤੇ ਸਤਿਗੁਰੂ ਜੀ ਉੱਠੇ ਨਹੀਂ ਸਨ। ਅੱਜ ਅਸੀਂ ਉੱਠਦੇ ਹਾਂ। ਨਿੱਕੇ ਨਿੱਕੇ ਰਾਜਨੇਤਾ ਆਉਂਦੇ ਹੋਵਨ ਤੇ ਅਸੀਂ ਗੁਰੂ ਜੀ ਨੂੰ ਛੱਡ ਕੇ ਉਹਨਾਂ ਦੀ ਚਾਪਲੂਸੀ ਕਰਨ ਵਾਸਤੇ ਉਹਨਾਂ ਵਾਲੇ ਪਾਸੇ ਨੂੰ ਪਹਿਲਾਂ ਜਾਂਦੇ। ਗੁਰੂ ਤਾਂ ਉੱਥੇ ਹੈ, ਗੁਰੂ ਨੂੰ ਤੇ ਆ ਕੇ ਫਿਰ ਮਿਲ ਪਵਾਂਗੇ। ਇਹ ਸਾਡੀ ਇਕੱਲੀ ਸਾਡੀ ਗੱਲ ਨਹੀਂ ਜਿਹੜੀ ਅਸੀਂ ਗੁਰੂ ਘਰਾਂ ਦੇ ਵਿੱਚ ਰਹਿ ਰਹੇ ਹਾਂ। ਲੁਕਾਈ ਵੀ ਇਸੇ ਪ੍ਰਕਾਰ ਦੀ ਹੈ। ਦੀਵਾਨ ਲੱਗਿਆ ਹੋਵੇ, ਲੀਡਰ ਆ ਗਿਆ, ਲੀਡਰ ਦੇ ਨਾਲ ਚੱਲ ਕੇ ਅਸੀਂ ਆ ਗਏ। ਲੀਡਰ ਉੱਠ ਕੇ ਤੁਰ ਪਿਆ ਤੇ ਦੀਵਾਨ ਹਾਲ ਖਾਲੀ। ਉਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਕੋਈ ਵੀ ਨਹੀਂ ਚਲਿਆ ਰਹਿੰਦਾ ਜੀ। ਫਿਰ ਉਥੇ ਸੁਖਾਸਨ ਕਰਨਾ, ਅਰਦਾਸ ਹੁੰਦੀ ਹੋਵੇ, ਹੁਕਮਨਾਮਾ ਹੋਣਾ ਹੋਵੇ, ਕੜਾ ਪ੍ਰਸ਼ਾਦ ਦੀ ਦੇਗ ਵਰਤਾਉਣੀ ਹੋਵੇ ਨਾ, ਤੇ ਜਿਨ੍ਹਾਂ ਦੇ ਫਿਰ ਆਰਡਰ ਪਏ ਹੁੰਦੇ ਉਹ ਹੀ 4-5 ਜਾਣੇ ਰਹਿ ਜਾਂਦੇ। ਬਾਕੀ ਤਾਂ ਗੋਡੀ ਹੱਥ ਲਾਉਣ ਵਾਸਤੇ ਲੀਡਰ ਦੇ ਪਿੱਛੇ ਪਿੱਛੇ ਤੁਰ ਪੈਂਦੇ ਹਨ। ਸਾਰੇ ਹੀ ਅਸੀਂ ਇੱਕੋ ਜਿਹੇ ਹਾਂ, ਪਰ ਸਾਨੂੰ ਸਾਡੇ ਇਤਿਹਾਸ ਨੇ ਸਮਝਾਇਆ ਹੈ ਕਿ ਗੁਰੂ ਦਾ ਸਥਾਨ ਉੱਚਾ ਨਾ ਕਿ ਇੱਕ ਮਨੁੱਖ ਦਾ, ਪਰ ਅਸੀਂ ਮਨੁੱਖ ਨੂੰ ਉੱਚੀ ਜਗ੍ਹਾ ਤੇ ਰੱਖ ਕੇ ਬੈਠ ਗਏ। ਪੜ੍ਹਦੇ ਹਾਂ ਨਿਰੰਤਰ ਸੁਖਮਣੀ ਸਾਹਿਬ ਜੀ ਦਾ ਪਾਠ। ਸਤਿਗੁਰੂ ਜੀ ਨੇ ਸਮਝਾ ਵੀ ਦਿੱਤਾ ਕਿ ਮਾਨੋ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕਾ ਦੀਆ ਰਹਿ ਅਗਾਏ, ਬਹੁੜ ਨ ਦ੍ਰਿਸ਼ਨਾ ਲਾਗਾ ਆਏ, ਮਾਰਿਆ ਰਾਖਿਆ ਏਕੋ ਆਪ, ਮਾਨੋ ਕੈ ਕਿਛ ਨਾਹੀ ਹਾਥ। ਪਰ ਫਿਰ ਵੀ ਅਸੀਂ ਇੱਕ ਅਕਾਲ ਪੁਰਖ ਨੂੰ ਛੱਡ ਕੇ ਤੇ ਮਨੁੱਖਾਂ ਦੇ ਦਰ ਤੇ ਜਾਣਾ ਬੜਾ ਪਸੰਦ ਕਰਦੇ ਜਾਂ ਫਿਰ ਪ੍ਰਵਾਨ ਕਰਦੇ ਤੇ ਜਾਂਦੇ ਹਾਂ। ਰਹੋ ਵਿਚਾਰ ਕਵੀ ਜੀ ਲਿਖਦੇ ਹਨ। ਜਹਾਂਗੀਰ ਸੁਨ ਬਹੁਤ ਪ੍ਰਸੰਨ, ਬਾਦਸ਼ਾਹ ਜਹਾਂਗੀਰ ਵਜ਼ੀਰ ਖਾਨ ਦੀਆਂ ਗੱਲਾਂ ਸੁਣ ਕਰ ਬੜਾ ਖੁਸ਼ ਹੋਇਆ ਹੈ। ਕਹਿ ਵਜ਼ੀਰ ਖਾਂ ਕੋ ਧੰਨ ਧੰਨ, ਉਸਨੇ ਵਜ਼ੀਰ ਖਾਨ ਦੀ ਬੜੀ ਹੀ ਸੋਭਾ ਵਡਿਆਈ ਕੀਤੀ ਹੈ। ਦੀਨੋ ਬਹੁ ਮੋਲਾ ਸਿਰ ਪਾਏ, ਉਸ ਨੂੰ ਬੜੇ ਬੇਸ਼ਕੀਮਤੀ ਸਿਰਪਾਓ ਦਿੱਤੇ ਹਨ। ਪੰਜ ਸਹੰਸਰ ਧਨ ਮੰਗਵਾਏ, 5000 ਰੁਪਏ ਮੰਗਵਾਏ ਹਨ। ਉਚਰੀ ਬਾਤ ਅਪੂਰਬ ਨੀਕੀ, ਬਾਦਸ਼ਾਹ ਨੇ ਵਜ਼ੀਰ ਖਾਨ ਨੂੰ ਆਖਿਆ ਕਿ ਤੂੰ ਬਹੁਤ ਹੀ ਚੰਗੀ ਅਨੋਖੀ ਨਵੀਂ ਗੱਲ ਉਚਾਰਨ ਕੀਤੀ ਹੈ। ਮਹਿਦ ਸੁਖਦ ਸਦ ਹੀ ਪ੍ਰੈ ਜੀ ਕੀ, ਜੋ ਸਦਾ ਹੀ ਸੁਖ ਦੇਣ ਵਾਲੀ ਤੇ ਮਨ ਨੂੰ ਪਿਆਰੀ ਲੱਗਣ ਵਾਲੀ ਹੈ। ਬਿਨੈ ਕਰੋ ਅਬ ਲੈ ਕਰ ਆਵੋ, ਸੋ ਤੁਸੀਂ ਹੁਣ ਬਿਨਾਂ ਦੇਰੀ ਤੇ ਗੁਰੂ ਜੀ ਦੇ ਕੋਲ ਜਾਣਾ ਕਰੋ। ਬਿਨਾ ਬਿਲਮ ਗੁਰ ਨਿਕਟ ਸਿਧਾਵੋ, ਬਿਨਾਂ ਕਿਸੇ ਦੇਰੀ ਤੇ ਸਤਿਗੁਰੂ ਜੀ ਦੇ ਕੋਲ ਪਹੁੰਚੋ। ਬੇਨਤੀ ਕਰਕੇ ਉਹਨਾਂ ਨੂੰ ਇੱਥੇ ਲੈ ਆਵੋ। ਹਜਰਤ ਰੁਖ ਵਜ਼ੀਰ ਖਾਂ ਹੇਰ, ਬਾਦਸ਼ਾਹ ਦਾ ਰੁਖ ਪਾ ਮਨੋਰਥ ਵਜ਼ੀਰ ਖਾਨ ਨੇ ਵੇਖਿਆ ਹੈ। ਚੜ ਤੁਰੰਗ ਗਮਨਿਓ ਬਿਨ ਦੇਰ, ਵਜ਼ੀਰ ਖਾਨ ਘੋੜੇ ਤੇ ਸਵਾਰ ਹੋ ਕਰ ਬਿਨਾਂ ਕਿਸੇ ਦੇਰੀ ਤੋਂ ਚੱਲ ਪੈਂਦਾ ਹੈ। ਜੇ ਕੈਦੀ ਮਹਿਪਾਲਕ ਸਾਰੇ, ਜਿਹੜੇ ਸਾਰੇ ਰਾਜੇ ਉਥੇ ਕੈਦੀ ਆਦਿਕ ਸਨ। ਸੁਨੀ ਸ਼ਾਹੋ ਨੇ ਗੁਰੂ ਹਕਾਰੇ, ਜਦੋਂ ਉਹਨਾਂ ਨੇ ਸੁਣਿਆ ਕਿ ਬਾਦਸ਼ਾਹ ਨੇ ਗੁਰੂ ਜੀ ਨੂੰ ਬੁਲਾਇਆ ਹੈ, ਚਿੰਤਾ ਤੁਰ ਔਰ ਵਿਆਕੁਲ ਹੋਏ, ਉਹ ਮਨ ਦੇ ਵਿੱਚ ਬੜੇ ਹੀ ਵਿਆਕੁਲ ਅਤੇ ਚਿੰਤਾਜਨਕ ਹੋ ਜਾਂਦੇ ਹਨ। ਸ਼ੋਰ ਧੀਰ ਮਨ ਸ਼ੋਕ ਪਰੋਏ, ਉਹਨਾਂ ਦੇ ਮਨ ਧੀਰਜ ਛੱਡ ਕੇ ਦੁੱਖ ਨਾਲ ਵਿੰਨੇ ਜਾਂਦੇ ਹਨ। ਹੋਏ ਇਕੱਤਰ ਸਗਰੇ ਚੱਲ ਆਏ, ਉਹ ਸਾਰੇ ਇਕੱਠੇ ਹੋ ਕਰ ਗੁਰੂ ਜੀ ਦੇ ਕੋਲ ਚੱਲ ਕੇ ਆ ਜਾਂਦੇ ਹਨ। ਕਰ ਦਰਸ਼ਨ ਪਾਇਨ ਲਪਟਾਏ, ਗੁਰੂ ਜੀ ਦੇ ਦਰਸ਼ਨ ਕਰਕੇ ਉਹਨਾਂ ਦੇ ਪੈਰੀਂ ਪੈਂਦੇ ਹਨ। ਦੋ ਕਰ ਜੋਰ ਅਗਾਰੀ ਖਰੇ, ਦੋ ਕੈਦੀ ਰਾਜੇ ਗੁਰੂ ਜੀ ਦੇ ਸਨਮੁਖ ਹੱਥ ਜੋੜ ਕੇ ਖਲੋ ਜਾਂਦੇ ਹਨ। ਨਮਰ ਹੋਏ ਕਿਨ ਸਿਰ ਧਰ ਧਰੇ, ਕਿਸੇ ਨੇ ਨਿਮਰ ਹੋ ਕਰ ਧਰਤੀ ਤੇ ਸਿਰ ਰੱਖ ਦਿੱਤਾ ਸੀ। ਦੀਨ ਬਚਨ ਕਿਗਿਆਵਤ ਤੇ ਕੋਈ, ਕੋਈ ਗਰੀਬਾਂ ਵਾਂਗ ਬਚਨ ਕਰਦਾ ਹੋਇਆ ਕਗਿਆ ਕੇ ਬੋਲ ਰਿਹਾ ਸੀ। ਸ਼੍ਰੀ ਗੁਰ ਤੁਮ ਤੇ ਵੱਡੋ ਨ ਹੋਈ, ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਜੀਓ
आप जी तो कोई भी ਵੱਡਾ नहीं है। को हमको कब आन छुटावै। ਜੋ ਕੋਈ ਸਾਨੂੰ ਆਕਰ ਇਸ ਗਵਾਲੀਅਰ ਦੇ ਕਿਲੇ ਦੀ ਕੈਦ ਦੇ ਵਿੱਚੋਂ ਛੁਡਾਵੇਗਾ। रक्षक तुम बिन अपर न पावै। ਤੁਹਾਡੇ ਤੋਂ ਬਿਨਾ ਹੋਰ ਕੋਈ ਰੱਖਿਆ ਕਰਨ ਵਾਲਾ ਨਹੀਂ ਪ੍ਰਾਪਤ ਹੋ ਰਿਹਾ ਹੈ। श्री करतार कृपाल कहन्ते। ਪਰਮਾਤਮਾ ਜਿਸ ਨੂੰ ਸ੍ਰੇਸ਼ਟ ਕਿਰਪਾ ਕਰਨ ਵਾਲੇ ਆਖਦੇ ਹਨ। तिन स्वरूप हम तुम्हें लखनते। ਅਸੀਂ ਤੁਹਾਨੂੰ ਉਹ ਹੀ ਸਰੂਪ ਜਾਣਦੇ ਹਾਂ। शरण परे की लाज निभाहो। ਆਪ ਜੀ ਸ਼ਰਨ ਦੇ ਵਿੱਚ ਪਈਆਂ ਦੀ ਲਾਜ ਰੱਖੋ। दान अभैता देह उत्साहो। ਆਪ ਸਾਨੂੰ ਉਤਸ਼ਾਹ ਆਨੰਦ ਅਤੇ ਨਿਡਰਤਾ ਦਾ ਜਿਹੜਾ ਦਾਨ ਹੈ ਉਹ ਦੇਣਾ ਕਰੋ। दीनन पर दयाल की बान। ਦੁਖੀਆਂ ਦੇ ਉੱਪਰ ਦਇਆ ਕਰਨਾ ਇਹ ਆਪ ਜੀ ਦਾ ਮੁੱਢ ਕਦੀਮਾਂ ਤੋਂ ਚੱਲਦਾ ਸੁਭਾਅ ਹੈ। बिरद गरीब निवाज महान। ਗਰੀਬਾਂ ਨੂੰ ਨਿਵਾਜਣਾ ਆਪ ਜੀ ਦਾ ਨਿਤ ਦਾ ਵੱਡਾ ਕਾਰਜ ਹੈ। बिन गुर गज आराधना करी। ਗੁਣਾਂ ਤੋਂ ਹੀਣ ਨੇ ਜਦੋਂ ਪਰਮਾਤਮਾ ਦੀ ਆਰਾਧਨਾ ਕੀਤੀ ਸੀ नगन चरण धाए प्रभ हरि। ਤਾਂ ਪ੍ਰਭੂ ਮਾਲਕ ਜੀ ਨੰਗੇ ਪੈਰੀ ਉਸ ਦੀ ਮਦਦ ਕਰਨ ਲਈ ਦੌੜੇ ਆਏ ਸਨ। श्री गुर सर्ब भांत समरथ। ਸਤਿਗੁਰੂ ਜੀ ਆਪ ਸਰਬ ਕਲਾ ਸਮਰੱਥ ਹੋ। भंजन रचन आप के हाथ। ਪੈਦਾ ਕਰਨਾ ਨਾਸ਼ ਕਰਨਾ ਸਤਿਗੁਰੂ ਜੀ ਆਪ ਜੀ ਦੇ ਹੱਥ ਵਿੱਚ ਹੈ। तुम ते होए हम कैद खलासी। ਆਪ ਜੀ ਦੁਆਰਾ ਹੀ ਸਾਡਾ ਕੈਦ ਤੋਂ ਛੁਟਕਾਰਾ ਹੋਵੇਗਾ। अपर सबन ते भय निरासी। ਅਸੀਂ ਹੋਰ ਸਭ ਤੋਂ ਨਿਰਾਸ਼ ਹੋ ਗਏ ਹਾਂ। बैस बिताए बीच ही मरै। ਅਸੀਂ ਤਾਂ ਨਹੀਂ ਤਾਂ ਅਸੀਂ ਕੈਦ ਦੇ ਵਿੱਚ ਹੀ ਉਮਰ ਬਿਤਾ ਕੇ ਮਰ ਜਾਵਾਂਗੇ। तुम ते छुटै आस हम धरै। ਅਸੀਂ ਆਸ ਰੱਖੀ ਕਿ ਸਾਡਾ ਛੁਟਕਾਰਾ ਆਪ ਜੀ ਤੋਂ ਹੀ ਹੋਵੇਗਾ। इत्यादक कह बिनै बडेरी। ਇਸ ਤਰ੍ਹਾਂ ਕੈਦੀ ਰਾਜਿਆਂ ਨੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ। कृपा दृष्ट सुन सतगुर ਤਾਂ हेरी। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਮਿਹਰ ਭਰੀ ਨਜ਼ਰ ਦੇ ਨਾਲ ਉਹਨਾਂ ਵੱਲ ਵੇਖਿਆ ਹੈ। दई धीर जेते नरनाथ। ਜਿਤਨੇ ਵੀ ਮਨੁੱਖ ਰਾਜੇ ਆਦਿਕ ਹਨ ਸਭ ਨੂੰ ਧੀਰਜ ਦਿੱਤਾ ਹੈ। तुमको रखेंगे हम साथ। ਤੇ ਨਾਲ ਹੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਕਿ ਅਸੀਂ ਤੁਹਾਨੂੰ ਆਪਣੇ ਨਾਲ ਹੀ ਰੱਖਾਂਗੇ। संग ले सब निकसन करै। ਤੁਹਾਨੂੰ ਸਾਰਿਆਂ ਨੂੰ ਹੀ ਸਾਥ ਲੈ ਕਰ ਇਸ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਨਿਕਲਾਂਗੇ। नित हम भी इस ही थल थिरै। ਨਹੀਂ ਤਾਂ ਅਸੀਂ ਵੀ ਇਸੇ ਥਾਂ ਤੇ ਹੀ ਟਿਕੇ ਰਹਾਂਗੇ। कर है सब की बंद खलास। ਸਾਰਿਆਂ ਦੀ ਹੀ ਬੰਦ ਖਲਾਸੀ ਕਰਾਂਗੇ। सिमरो सतनाम सुख रास। ਸੋ ਇਸ ਲਈ ਸੁੱਖਾਂ ਦੀ ਰਾਸ ਸਤਨਾਮ ਦਾ ਸਿਮਰਨ ਕਰੋ। सुनत निरिंदर बिलंद आनंदे। ਗੁਰੂ ਜੀ ਦੇ ਬਚਨ ਸੁਣ ਕੇ ਰਾਜੇ ਆਨੰਦਿਤ ਹੁੰਦੇ ਹਨ। अटल बचन जग बंद मुकंदे। ਆਖਿਆ ਜਗਤ ਦੇ ਬੰਧਨਾਂ ਤੋਂ ਮੁਕਤੀ ਦੇਣ ਵਾਲੇ ਗੁਰੂ ਜੀ ਦੇ ਬਚਨ ਅਟਲ ਹਨ। भई खुशी जन निकरे कैद। ਉਹਨਾਂ ਨੂੰ ਖੁਸ਼ੀ ਹੋਈ ਜਾਣੋ ਉਹ ਕੈਦ ਦੇ ਵਿੱਚੋਂ ਨਿਕਲ ਜਾਵਣਗੇ। बैठे छूटन धार उमैद। ਤੇ ਉਹ ਕੈਦ ਦੇ ਵਿੱਚੋਂ ਛੁੱਟਣ ਦੀ ਉਮੀਦ ਰੱਖ ਕੇ ਸਤਿਗੁਰੂ ਜੀ ਦੇ ਕੋਲ ਬੈਠ ਜਾਂਦੇ ਹਨ। ਬਾਦਸ਼ਾਹ ਨੇ ਆਪਣੇ ਵਜ਼ੀਰ ਖਾਨ ਨੂੰ ਭੇਜਿਆ ਜਿਹੜਾ ਗੁਰੂ ਘਰ ਦਾ ਬੜਾ ਪ੍ਰੇਮੀ ਸੀ। ਉਧਰ ਗਵਾਲੀਅਰ ਦੇ ਕਿਲੇ ਦੇ ਵਿੱਚ ਜਿਹੜੇ ਰਾਜੇ ਕੈਦ ਹਨ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਜੀ ਨੂੰ ਬੁਲਾਇਆ ਗਿਆ, ਭਾਵ ਗੁਰੂ ਜੀ ਹੁਣ ਇਸ ਕੈਦ ਦੇ ਵਿੱਚੋਂ ਛੁੱਟ ਜਾਵਣਗੇ। ਨਿਰਾਸ਼ ਹੋ ਕਰ ਸਤਿਗੁਰੂ ਜੀ ਦੇ ਕੋਲ ਆਏ ਤੇ ਆਖਿਆ, ਸਤਿਗੁਰੂ ਜੀ ਤੁਹਾਡੇ ਤੇ ਭਰੋਸਾ ਕਿ ਤੁਸੀਂ ਸਾਨੂੰ ਮੁਕਤ ਕਰੋਗੇ, ਤੁਸੀਂ ਚੱਲੇ ਅਸੀਂ ਕਿਵੇਂ ਮੁਕਤ ਹੋਵਾਂਗੇ। ਤਾਂ ਸਤਿਗੁਰੂ ਜੀ ਨੇ ਆਖਿਆ, ਭਰੋਸਾ ਰੱਖੋ, ਘਬਰਾਵੋ ਨਾ, ਤੁਹਾਨੂੰ ਨਾਲ ਹੀ ਲੈ ਕਰ ਜਾਵਾਂਗੇ। ਕਿਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਰੇ ਰਾਜੇ ਜਿਨ੍ਹਾਂ ਦੀ ਗਿਣਤੀ 52 ਹੈ 52 ਰਾਜਿਆਂ ਨੂੰ ਮੁਕਤ ਕਰਦੇ ਹਨ ਤੇ ਬਾਦਸ਼ਾਹ ਜਹਾਂਗੀਰ ਦੇ ਕੋਲ ਸਾਈਂ ਮੀਆਂ ਮੀਰ ਜੀ ਪਹੁੰਚ ਕੇ ਉਸ ਨੂੰ ਕਿਸ ਪ੍ਰਕਾਰ ਸੱਚ ਦਰਸਾਉਂਦੇ ਹਨ। ਸਮੁੱਚਾ ਇਤਿਹਾਸ ਆਉਣ ਵਾਲੇ ਸਮੇਂ ਦੇ ਵਿੱਚ
ਆਪ ਸਭ ਸੰਗਤਾਂ ਨੂੰ ਸਰਵਣ ਕਰਵਾਇਆ ਜਾਵੇਗਾ ਜੀ। ਸਮੇਂ ਦੀ ਸੰਪੂਰਨਤਾ ਹੈ ਜੀ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਉਣਾ ਕਰੀਏ। ਦੋਹਰਾ। ਜਬ ਵਜ਼ੀਰ ਖਾਂ ਚੜ ਗਇਓ ਬਹੁਤ ਬਰਖ ਕੋ ਪੀਰ, ਆਇਓ ਪੁਰ ਕੇ ਨਿਕਟ ਸੁਨ ਗਇਓ ਸ਼ਾਹੋ ਤਿਸ ਤੀਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋਤ ਰਹਿ ਪਾਰ। ਜੋ ਸ਼ਰਧਾ ਕਰ ਸੇਵੰਦੇ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ ਪਾਰ ਉਤਾਰਨ ਹਾਰ। ਕਥਾ ਵਿਚਾਰਾਂ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਜੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਗੁਰੂ ਰੂਪ ਸੰਗਤ ਬਖਸ਼ਣ ਯੋਗ ਹੈ ਜੀ। ਬਖਸ਼ ਲੈਣਾ ਦੇਹੋ ਸੱਜਣ ਸੀਸੜੀਆ, ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।